ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਨਾਨਕ ਪਗ ਪੰਕਜ ਬੰਧਨ ਪਗ ਪੰਕਜ ਬੰਧਨ ਸਿਮਰੋ ਅੰਗਦ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਹਿਰਦੈ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜੁਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਵ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਗੁਰ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਯਮ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਪੁੱਤਰ ਜਨਮ ਕਰ ਗੁਰ ਮਹਿ ਹੋਇਓ। ਸੁਣਤ ਆਨੰਦਤ ਦਰਸ਼ਨ ਕੀਨ। ਹਾਥ ਬੰਦ ਪਦ ਬੰਧਨ ਕਰ ਕੈ ਬਹੁਰ ਵਧਾਈ ਦਈ ਪਰਬੀਨ। ਪੁੱਤਰ ਜਨਮ ਗੁਰ ਘਰ ਮਹਿ ਹੋਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਬਾਣੀ ਦੇ ਬੋਹਿਤ ਨਾਮ ਦੇ ਜਹਾਜ ਪਰਮੇਸ਼ਵਰ ਜੀ ਦਾ ਨਿਜ ਸਵਰੂਪ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਈ। ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ
ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਪਰਮ ਸਨਮਾਨਯੋਗ ਸਤਿਗੁਰਾਂ ਦੀ ਬਹੁਤ ਹੀ ਪਿਆਰ ਵਾਲੀ ਸ਼ਰਧਾ ਵਾਲੀ ਸਾਧ ਸੰਗਤ ਜੀਓ, ਵੱਡੇ ਭਾਗ ਨੇ ਅਸਾਂ ਸਾਰਿਆਂ ਦੇ ਜਿਨ੍ਹਾਂ ਨੂੰ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਬੜੇ ਪਿਆਰ ਦੇ ਨਾਲ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਉਹਨਾਂ ਤੋਂ ਇਲਾਹੀ ਬਾਣੀ ਅੰਮ੍ਰਿਤ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਅਪਰੰਤ ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤਖ ਹਾਰ। ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਜਿਸ ਵੇਲੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਆਮਦ ਹੁੰਦੀ ਹੈ, ਸਿੱਖ ਸੰਗਤਾਂ ਸੁਣਦੀਆਂ ਨੇ। ਗੁਰੂ ਕੀ ਵਡਾਲੀ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਦੀਆਂ ਨੇ। ਇਸ ਬਾਲਕ ਦੇ ਆਉਣ ਦੀਆਂ ਵਧਾਈਆਂ ਦਿੰਦੀਆਂ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਬਹੁਤ ਪਿਆਰ ਵਾਲੇ ਸਿੱਖ, ਕਥਨੀ ਤੇ ਕਰਨੀ ਦੇ ਸੂਰਮੇ, ਨਿਰੰਕਾਰ ਦੀ ਪ੍ਰੇਮਾ ਭਗਤੀ ਦੇ ਵਿੱਚ ਓਤ ਪੋਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਅਤੇ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ, ਇਹ ਵੀ ਚੱਲ ਕੇ ਗੁਰੂ ਕੀ ਵਡਾਲੀ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਪਹੁੰਚਦੇ ਨੇ। ਸਤਿਗੁਰੂ ਜੀ ਦੇ ਜਾ ਕੇ ਦਰਸ਼ਨ ਦੀਦਾਰ ਕਰਦੇ ਨੇ। ਗੁਰੂ ਮਹਾਰਾਜ ਜੀ ਦੇ ਨਾਲ ਪਰ ਕੀ ਗੱਲਬਾਤ ਹੁੰਦੀ ਹੈ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਦੇ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁੱਤਰ ਜਨਮ ਗੁਰ ਘਰ ਮਹਿ ਹੋਇਓ, ਸੁਣਤ ਆਨੰਦਤ ਦਰਸ਼ਨ ਕੀਨ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ, ਜਦੋਂ ਉਹਨਾਂ ਨੂੰ ਇਹ ਖੁਸ਼ਖਬਰੀ ਮਿਲਦੀ ਹੈ ਕਿ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਆਏ ਨੇ, ਗੁਰੂ ਹਰਗੋਬਿੰਦ ਮਹਾਰਾਜ ਜੀ ਪ੍ਰਗਟ ਹੋਏ ਨੇ, ਸੁਣਿਆ, ਬਹੁਤ ਆਨੰਦਿਤ ਹੋਏ। ਸਤਿਗੁਰੂ ਜੀ ਦੇ ਆਣ ਕੇ ਇਹਨਾਂ ਨੇ ਦੀਦਾਰ ਪਾਏ ਹਨ ਜੀ। ਹਾਥ ਬੰਦ ਪਦ ਬੰਧਨ ਕਰਕੇ, ਬਹੁਰ ਵਧਾਈ ਦਈ ਪ੍ਰਬੀਨ। ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਆਣ ਕੇ ਸਾਹਿਬ ਦੇ ਚਰਨਾਂ ਵਿੱਚ ਬੰਦਨਾ ਕੀਤੀ ਹੈ। ਬੜੇ ਅਦਬ ਦੇ ਨਾਲ ਮੱਥਾ ਟੇਕਿਆ ਹੈ ਔਰ ਨਾਲ ਗੁਰੂ ਮਹਾਰਾਜ ਜੀ ਨੂੰ ਵਧਾਈਆਂ ਦਿੱਤੀਆਂ ਕਿ ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹਤਾ ਤੇਜ ਆਪਣਾ ਆਪ ਜਾਰ। ਸਤਿਗੁਰੂ ਮਹਾਰਾਜ ਜੀ ਨੂੰ ਵਧਾਈਆਂ ਦਿੱਤੀਆਂ ਹਨ ਜੀ। ਚਰੰਜੀਵ ਥੀਵ ਕੁਲ ਭੁਖਨ, ਸੋ ਜਸ ਅਦੂਖਨ ਬਲ ਮਹਿ ਪੀਨ। ਕਹਿਣ ਲੱਗੇ ਇਹ ਸਾਹਿਬਜ਼ਾਦਾ ਚਰਨਜੀਵੀ ਥੀਵੋ, ਰੱਬ ਮਿਹਰ ਕਰੇ ਇਹ ਚਰਨਜੀਵੀ ਹੋਵੇਗਾ, ਇਹ ਕੁਲ ਦਾ ਵੀ ਭੂਖਣ ਹੋਵੇਗਾ, ਬਹੁਤ ਇਹਦਾ ਜਸ ਹੋਵੇਗਾ, ਬਹੁਤ ਪਵਿੱਤਰ ਹੋਵੇਗਾ।
ਇਹ ਬਹੁਤ ਹੀ ਬਲਵਾਨ ਹੋਵੇਗਾ ਜੀ। ਰਾਜ ਸਾਜ ਐਸ਼ ਵਰਜ ਸਮਾਜੂ ਜੋਗ ਭੋਗ ਦੋਇਨ ਸੁਖ ਲੀਨ। ਭਗਤੀ ਸ਼ਕਤੀ ਰਾਜ ਜੋਗ ਬਾਦਸ਼ਾਹ ਦਰਵੇਸ਼ ਇਹ ਸਾਰੀਆਂ ਦਾਤਾਂ ਦਾ ਇਹ ਮਾਲਕ ਹੋਵੇਗਾ ਜੀ। ਸ੍ਰੀ ਅਰਜਨ ਬਿਰਧ ਕੋ ਬੜ ਆਦਰ ਮ੍ਰਿਦੁਲ ਬਾਕ ਕਹਿ ਕੀਨ ਮਹਾਨ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਆਦਰ ਦਿੱਤਾ ਜੀ, ਬਹੁਤ ਸਤਿਕਾਰ ਕੀਤਾ। ਮਿਰਦੁਲ ਬਾਕ, ਮਿਰਦਲ ਤੋਂ ਮੁਰਾਦ ਹੈ ਕਿ ਕੋਮਲ ਜਾਏ, ਮਿੱਠੇ ਜੇ ਬੋਲ ਬੋਲ ਕੇ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਵਡਿਆਈ ਕੀਤੀ ਜੀ। ਉਹਨਾਂ ਦੇ ਸਤਿਕਾਰ ਵਿੱਚ ਬੜੇ ਪਿਆਰੇ ਸਾਹਿਬ ਜੀ ਨੇ ਸ਼ਬਦ ਬੋਲੇ ਹਨ ਜੀ। ਸ੍ਰੀ ਨਾਨਕ ਕੇ ਸੇਵਕ ਤੁਮ ਹੋ ਹਰਖ ਸ਼ੋਕ ਮਹਿ ਬ੍ਰਿਤੀ ਸਮਾਨ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਵਧਾਈਆਂ, ਕਿਉਂਕਿ ਅਰਦਾਸ ਤੁਹਾਡੀ ਕੀਤੀ ਹੋਈ ਹੈ। ਇਹ ਗੰਗਾ ਜੀ ਨੂੰ ਆਸ਼ੀਰਵਾਦ ਤੁਸਾਂ ਨੇ ਦਿੱਤਾ ਸੀ ਬਾਬਾ ਜੀ। ਕਹਿੰਦੇ ਤੁਸੀਂ ਬਹੁਤ ਮਹਾਨ ਹੋ, ਕਿੰਨਾ ਸਤਿਕਾਰ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਹਿਰਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਲਈ ਕਹਿੰਦੇ ਨੇ, ਬਾਬਾ ਬੁੱਢਾ ਜੀ ਸ੍ਰੀ ਨਾਨਕ ਕੇ ਸੇਵਕ ਤੁਮ ਹੋ, ਤੁਸੀਂ ਬਹੁਤ ਭਾਗਾਂ ਵਾਲੇ ਹੋ, ਕਿਉਂਕਿ ਤੁਸਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਹੈ। ਵੱਡੇ ਗੁਰੂ ਸਾਹਿਬ ਗੁਰੂ ਨਾਨਕ ਮਹਾਰਾਜ, ਤੁਸਾਂ ਨੇ ਉਹਨਾਂ ਦੀ ਸੰਗਤ ਮਾਣੀ ਹੈ। ਬਾਬਾ ਜੀ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ। ਫਿਰ ਕਹਿੰਦੇ ਨੇ ਹਰਖ ਸੋਕ ਮੈਂ ਬ੍ਰਿਤੀ ਸਮਾਨ। ਹਰਖ ਹੋਵੇ, ਸੋਗ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਤੁਹਾਡੀ ਜਿਹੜੀ ਬਿਰਤੀ ਹੈ, ਤੁਹਾਡੀ ਜੋ ਅਵਸਥਾ ਉਹ ਬਿਲਕੁਲ ਸਮਾਨ ਅੰਤਰ ਰਹਿੰਦੀ ਹੈ। ਨਫਾ ਹੋ ਜਾਏ, ਨੁਕਸਾਨ ਹੋ ਜਾਏ, ਘਾਟਾ ਹੋ ਜਾਏ, ਵਾਧਾ ਹੋ ਜਾਏ, ਤੁਸੀਂ ਬਿਲਕੁਲ ਅਡੋਲ ਰਹਿੰਦੇ ਹੋ। ਇੰਨੀ ਉੱਚੀ ਅਵਸਥਾ ਦੇ ਤੁਸੀਂ ਮਾਲਕ ਹੋ ਜੀ। ਪਾਸੁਮ ਬਿਖੈ ਪਾਵਕ ਜਿਮ ਛਪ ਰਹਿ ਸਗਲ ਕਲਾ ਜੁਤ ਪੂਰਨ ਗਿਆਨ। ਤੇ ਫਿਰ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਤੁਹਾਡੇ ਕੋਲ ਅਜ਼ਮਤਾਂ ਬਹੁਤ ਨੇ, ਤੁਹਾਡੇ ਪਾਸ ਬਰਕਤਾਂ ਬਹੁਤ ਜ਼ਿਆਦਾ ਨੇ, ਤੁਹਾਡੇ ਕੋਲ ਰੂਹਾਨੀ ਸ਼ਕਤੀਆਂ ਬਹੁਤ ਨੇ, ਪਰ ਤੁਸਾਂ ਨੇ ਆਪਣੇ ਆਪ ਨੂੰ ਇਵੇਂ ਛੁਪਾ ਕੇ ਰੱਖਿਆ ਹੋਇਆ ਹੈ ਕਿ ਜਿਵੇਂ ਭਸਮ ਦੇ ਵਿੱਚ ਅੱਗ ਦੀ ਅੰਗਿਆਰੀ ਉਹ ਲੁਕੀ ਰਹਿੰਦੀ ਹੈ, ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੀ। ਇਹ ਇੱਕ ਐਸੀ ਉਦਾਹਰਨ ਮਹਾਰਾਜ ਨੇ ਦਿੱਤੀ ਹੈ ਜੀ। ਵੇਖੋ ਚਲੋ ਹੁਣ ਤਾਂ ਆਪਣੇ ਗੈਸ ਆ ਗਏ ਜੀ, ਬੜੇ ਇੰਤਜ਼ਾਮ ਹੋ ਗਏ, ਤੇ ਆਪ ਜੀ ਜਾਣਦੇ ਹੋ ਕਿ ਜਦੋਂ ਇਹ ਗੈਸ ਨਹੀਂ ਸੀ ਆਏ, ਇਹ ਬਿਜਲੀ ਵਾਲੇ ਹੀਟਰ ਵੀ ਨਹੀਂ ਸੀ ਆਏ, ਉਦੋਂ ਆਪਣੇ ਪਿੰਡਾਂ ਦੇ ਵਿੱਚ ਪਿਆਰਿਓ ਸਾਡੀਆਂ ਮਾਵਾਂ ਨੇ ਕੀ ਕਰਨਾ ਕਿ ਉਹਨਾਂ ਨੇ ਹੁਣ ਅੱਗ ਰੋਜ਼ ਬਾਲਣੀ ਪੈਂਦੀ ਸੀ ਤੇ ਰੋਜ਼ ਬਾਲਣੀ ਔਖੀ ਹੋ ਜਾਣੀ। ਉਹਨਾਂ ਕੀ ਕਰਨਾ ਕਿ ਜਿਸ ਵੇਲੇ ਪਿਆਰਿਓ ਰਾਤ ਨੂੰ ਆਪਣੇ ਘਰ ਦਾ ਕੰਮ ਕਾਜ ਕਰ ਲੈਣਾ, ਪ੍ਰਸ਼ਾਦਾ ਬਣਾ ਲੈਣਾ, ਜੋ ਅੱਗ ਵਾਲਾ ਕੰਮ ਸਾਰਾ ਕਰ ਲੈਣਾ, ਤੇ ਫਿਰ ਇੱਕ ਜਿਹੜਾ ਬਲਦਾ ਹੋਇਆ ਚੋ ਧੁਖਦਾ ਹੋਇਆ ਤੇ ਜਾਂ ਪਿਆਰਿਓ ਪਾਥੀ ਕੋਈ ਉਹ ਜਿਹੜੀ ਸੀ ਨਾ ਉਹ ਬਲਦੀ ਹੋਈ ਧੁਖਦੀ ਹੋਈ ਉਹ ਧੁਖਦੀ ਰਹਿਣ ਦੇਣੀ ਤੇ ਉਹਦੇ ਉੱਤੇ ਸਵਾਹ ਪਾ ਦੇਣੀ। ਸਵਾਹ ਪਾ ਦੇਣੀ, ਬਾਹਰੋਂ ਇਵੇਂ ਲੱਗਦਾ ਸੀ ਕਿ ਉੱਪਰ ਸਵਾਹ ਕੇ ਠੰਡਾ ਹੀ ਹੈ, ਪਰ ਉਹ ਜਿਹੜੀ ਅੰਗਿਆਰੀ ਅੰਦਰ ਉਹ ਹੌਲੀ ਹੌਲੀ ਉਹ ਅੱਗ ਰਹਿੰਦੀ ਸੀ। ਸਵੇਰੇ ਉੱਠਣਾ, ਉਹ ਜਿਹੜੀ ਸਵਾਹ ਉੱਪਰ ਰੱਖੀ ਹੈ ਉਹ ਪਾਸੇ ਕਰਕੇ ਪਿਆਰੇ ਹੋਰ ਚੀਜ਼ਾਂ ਵਿੱਚ ਲਗਾ ਕੇ ਫਿਰ ਅੱਗ ਮਚਾ ਲੈਣੀ। ਉਹ ਹੁਣ ਉਹ ਅੱਗ ਬਾਹਰ ਨਜ਼ਰ ਨਹੀਂ ਆਉਂਦੀ ਪਰ ਅੰਦਰ ਹੈ। ਸਤਿਗੁਰੂ ਜੀ ਕਹਿੰਦੇ ਬਾਬਾ ਬੁੱਢਾ ਜੀ ਤੁਹਾਡੇ ਕੋਲ ਸ਼ਕਤੀਆਂ ਬੜੀਆਂ ਨੇ, ਬਰਕਤਾਂ ਬਹੁਤ ਨੇ, ਪਰ ਜਿਵੇਂ ਬਾਹਰ ਭਸਮ ਹੋਵੇ ਉਹਦੇ ਵਿੱਚ ਅੱਗ ਛੁਪੀ ਹੁੰਦੀ ਏ। ਤੁਸੀਂ ਆਪਣੀਆਂ ਅਜਮਤਾਂ ਨੂੰ, ਆਪਣੀਆਂ ਰੂਹਾਨੀ ਤਾਕਤਾਂ ਨੂੰ ਇਵੇਂ ਛੁਪਾ ਕੇ ਰੱਖਿਆ ਹੋਇਆ ਹੈ ਜੀ। ਬਚਨ ਅਮਿਟ ਦੁਖ ਕਟਹਿ ਬਿਕਟ ਜੋ ਧਨ ਧਨ ਤੁਮ ਬੜੇ ਸੁਜਾਨ। ਮਹਾਰਾਜ ਕਹਿੰਦੇ ਨੇ ਬਾਬਾ ਜੀ ਤੁਹਾਡੇ ਬਚਨ ਅਮਿਟ ਨੇ, ਜੋ ਤੁਸੀਂ ਕਹਿੰਦੇ ਹੋ ਨਾ ਬਸ ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਮੋੜ ਨਹੀਂ ਸਕਦਾ। ਇੱਥੋਂ ਤੱਕ ਬਾਬਾ ਜੀ ਤੁਹਾਡੇ ਕਹੇ ਹੋਏ ਬਚਨਾਂ ਨੂੰ ਅਕਾਲ ਪੁਰਖ ਵੀ ਨਹੀਂ ਜੇ ਟਾਲਦਾ। ਤੁਹਾਡੀ ਇੰਨੀ ਕੋ ਬੰਦਗੀ ਹੈ। ਬਚਨ ਅਮਿਟ ਦੁੱਖ ਕਟੈ ਬਿਕਟ ਜੋ, ਤੇ ਤੁਹਾਡੇ ਬਚਨਾਂ ਦੇ ਵਿੱਚ ਪਰ ਇੰਨੀ ਕੋ ਤਾਕਤ ਹੈ
ਕਿ ਤੁਹਾਡੇ ਬਚਨਾਂ ਦੀ ਸ਼ਕਤੀ ਦੇ ਨਾਲ ਬੜੇ ਭਿਆਨਕ, ਬੜੇ ਵਿਕਰਾਲ, ਬੜੇ ਵਿਖੜੇ, ਬੜੇ ਜਿਹੜੇ ਕਠਿਨ ਦੁੱਖ ਨੇ ਉਹ ਦੁੱਖ ਵੀ ਕੱਟੇ ਜਾਂਦੇ ਨੇ ਤੁਹਾਡੇ ਬਚਨਾਂ ਦੇ ਨਾਲ, ਤੁਹਾਡੇ ਸ਼ਬਦਾਂ ਦੇ ਨਾਲ। ਤੁਹਾਡੀ ਪ੍ਰਭ ਜੀ ਵਸੈ ਸਾਧਕ ਰਸਨਾ ਵਾਲੀ ਬਾਤ ਹੈ ਕਿ ਤੁਹਾਡੀ ਰਸਨਾ ਤੇ ਪਾਰ ਬ੍ਰਹਮ ਦਾ ਨਿਵਾਸ ਹੈ। ਇਸ ਕਰਕੇ ਆਪਣੇ ਮੁਖ ਤੋਂ ਜੋ ਕਹਿੰਦੇ ਹੋ ਆਪ ਜੀ ਉਹ ਸੱਚ ਹੋ ਜਾਂਦਾ ਹੈ। ਕਹਿਣ ਲੱਗੇ ਧੰਨ ਧੰਮ ਤੁਮ ਵੱਡੇ ਸੁਜਾਨ। ਬਾਬਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਬਹੁਤ ਵੱਡੇ, ਬਹੁਤ ਸਿਆਣੇ ਹੋ ਜੀ। ਰਾ ਬਰਬਰ ਪ੍ਰਤਾਪ ਹੈ ਹੋਵ ਦੀਨ ਸਦਾਸੀ ਕੋ ਸੁਖ ਦਾਨ। ਤੇ ਫਿਰ ਕਹਿਣ ਲੱਗੇ ਇਹ ਜੋ ਕੁਝ ਵੀ ਹੋਇਆ ਹੈ ਨਾ, ਇਹ ਬਾਬਾ ਜੀ ਤੁਹਾਡੇ ਅਸ਼ੀਰਵਾਦ ਦਾ ਪ੍ਰਤਾਪ ਹੈ, ਇਹ ਤੁਹਾਡੀ ਕੀਤੀ ਹੋਈ ਅਰਦਾਸ ਦਾ ਹੀ ਪ੍ਰਤਾਪ ਹੈ। ਇਹ ਜੋ ਬੇਟਾ ਮਿਲਿਆ ਹੈ, ਜੋ ਇਹ ਦਾਤ ਮਿਲੀ ਹੈ, ਇਹ ਮਾਤਾ ਗੰਗਾ ਉਹਨੂੰ ਦਾਸੀ ਜਾਣ ਕੇ ਤੁਸਾਂ ਨੇ ਨਵਾਜਿਆ ਏ। ਦੀਨ ਸਦਾਸੀ ਕੋ ਸੁਖਦਾਨ, ਕਹਿੰਦੇ ਸੁੱਖਾਂ ਦਾ ਦਾਨ ਇਹ ਤੁਸਾਂ ਨੇ ਦਾਸੀ ਨੂੰ ਦਿੱਤਾ। ਬਾਬਾ ਜੀ ਇਹ ਸਭ ਤੁਹਾਡਾ ਆਸ਼ੀਰਵਾਦ, ਇਹ ਤੁਹਾਡਾ ਪ੍ਰਤਾਪ ਹੈ ਜੀ। ਜਿਸ ਪਰ ਕਿਰਪਾ ਕਰੋ ਹਿਤ ਠਾਨੋ ਤਿਸ ਕੇ ਚਾਰ ਪਦਾਰਥ ਪਾਨ। ਤੇ ਬਾਬਾ ਜੀ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਤੇ ਤੁਹਾਡੀ ਨਜ਼ਰ ਅਨਾਇਤ ਹੋ ਜਾਂਦੀ ਹੈ, ਜਿਨ੍ਹਾਂ ਤੇ ਤੁਸੀਂ ਆਪਣੀ ਮਿਹਰ ਦੀ ਦ੍ਰਿਸ਼ਟੀ ਪਾ ਦਿੰਦੇ ਹੋ, ਆ ਜਿਨ੍ਹਾਂ ਚਾਰ ਪਦਾਰਥਾਂ ਦੇ ਲਈ ਕਈ ਯੋਗ, ਕੋਈ ਤਪ ਕਰਦਾ ਹੈ, ਕੋਈ ਸਾਧਨਾ ਕਰਦਾ ਹੈ, ਕੋਈ ਸਮਾਧੀਆਂ ਲਗਾਉਂਦਾ ਹੈ, ਕੋਈ ਵਿਭੂਤੀਆਂ ਲਗਾ ਕੇ ਬੈਠਾ ਹੈ, ਕੋਈ ਤਰ੍ਹਾਂ ਤਰ੍ਹਾਂ ਦੇ ਹੋਰ ਕਰਮ ਕਰਦਾ ਪਿਆ ਹੈ, ਤਨ ਨੂੰ ਕਸ਼ਟ ਦਿੰਦਾ ਪਿਆ ਹੈ। ਬਾਬਾ ਜੀ ਇਹ ਜਿਹੜੇ ਚਾਰ ਪਦਾਰਥ ਨੇ ਧਰਮ, ਅਰਥ, ਕਾਮ, ਮੋਕਸ਼, ਜਿਸ ਉਤੇ ਤੁਸੀਂ ਦਇਆ ਕਰਦੇ ਹੋ ਉਹਨੂੰ ਸੋਤੇ ਸਿੱਧੀ ਮਿਲ ਜਾਂਦੀ। ਸਹਿਜੇ ਹੀ ਇਹ ਉਹਦੇ ਹੱਥਾਂ ਵਿੱਚ ਆ ਜਾਂਦੇ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੋ ਤੁਹਾਡੀ ਸੇਵਾ ਕਰਦਾ, ਜਿਸ ਉਤੇ ਤੁਹਾਡੀ ਮਿਹਰ ਹੋ ਜਾਂਦੀ ਏ, ਇਹ ਚਾਰ ਪਦਾਰਥ ਬੜੀ ਆਸਾਨੀ ਦੇ ਨਾਲ ਉਸ ਦੇ ਹੱਥਾਂ ਵਿੱਚ ਆ ਜਾਂਦੇ ਹਨ ਜੀ। ਤਪ ਮਹਿ ਪ੍ਰੀਤ ਤਪਹੁ ਤਪ ਤੀਰ ਦੀਰਗ ਗੁਰ ਸਿੱਖਨ ਮੈਂ ਮੁਖ ਮਹਾਨ। ਕਹਿਣ ਲੱਗੇ ਤੁਹਾਡੀ ਕਮਾਈ ਬਹੁਤ ਹੈ, ਤੁਹਾਡੀ ਮਸ਼ੱਕਤ ਬਹੁਤ ਹੈ, ਤੁਹਾਡੀ ਘਾਲਣਾ ਬਹੁਤ ਹੈ, ਤੁਸਾਂ ਨੇ ਸੇਵਾ ਦਾ ਤਪ ਬਹੁਤ ਕੀਤਾ ਏ ਤੇ ਗੁਰੂ ਦੀ ਬਾਣੀ ਤੇ ਪ੍ਰਮਾਤਮਾ ਦੇ ਨਾਮ ਦਾ ਜਪ ਬਹੁਤ ਕੀਤਾ ਹੈ। ਤੁਹਾਡੇ ਵਰਗਾ ਤਪੀਸ਼ਵਰ ਵੀ ਕੋਈ ਨਹੀਂ, ਤੁਹਾਡੇ ਵਰਗਾ ਜਪੀਸ਼ਵਰ ਵੀ ਕੋਈ ਨਹੀਂ। ਸਾਰੇ ਸਿੱਖਾਂ ਤੋਂ ਤੁਸੀਂ ਸਰਮੌਰ ਹੋ, ਸਾਰੇ ਸਿੱਖਾਂ ਦੇ ਇਵੇਂ ਕਹਿ ਲਈਏ ਕਿ ਤੁਸੀਂ ਮੁਖੀ ਹੋ ਜੀ। ਤੁਮਰੀ ਮਹਿਮਾ ਕੌਣ ਸਕੇ ਕਹਿ ਸੰਤ ਰੂਪ ਪਰਮੇਸ਼ਵਰ ਮਾਨ। ਕਹਿਣ ਲੱਗੇ ਤੁਸੀਂ ਤੇ ਮਹਾਪੁਰਖ ਸੰਤ ਰੂਪ ਪਰਮੇਸ਼ਵਰ ਹੋ। ਬਾਬਾ ਬੁੱਢਾ ਜੀ ਤੁਹਾਡੀ ਮਹਿਮਾ ਵੀ ਕੌਣ ਬਿਆਨ ਕਰ ਸਕਦਾ ਹੈ। ਜਨ ਕੀ ਮਹਿਮਾ ਕੇਤਕ ਵਰਨਉ ਜੋ ਆਪਣੇ ਪ੍ਰਭ ਭਾਣੇ। ਕਹਿਣ ਲੱਗੇ ਜਿਹੜੇ ਆਪਣੇ ਪ੍ਰਭੂ ਨੂੰ ਤੁਹਾਡੇ ਵਰਗੇ ਜਨ ਭਾ ਜਾਂਦੇ ਨੇ, ਬਸ ਉਹਨਾਂ ਦੀ ਮਹਿਮਾ ਤੇ ਕੋਈ ਬਿਆਨ ਹੀ ਨਹੀਂ ਕਰ ਸਕਦਾ। ਉਹ ਇਸ ਕਰਕੇ ਕਿ ਜਿਹੜੇ ਤੁਹਾਡੇ ਵਰਗੇ ਰੱਬ ਦੇ ਪਿਆਰੇ ਨੇ, ਬੰਦਗੀ ਵਾਲੇ, ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ। ਤਾਂ ਹੀ ਫਿਰ ਕਿਹਾ ਜਾਂਦਾ ਹੈ ਕਿ ਸੰਤਨ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ। ਬਾਬਾ ਜੀ ਤੁਹਾਡੇ ਵਰਗਾ ਜਿਹੜਾ ਸੰਤ ਉਹ ਤੇ ਰੱਬ ਦਾ ਰੂਪ ਹੈ। ਇਸ ਕਰਕੇ ਕੋਈ ਫਰਕ ਨਹੀਂ। ਤੁਮਰੀ ਮਹਿਮਾ ਕੌਣ ਸਕੇ ਕਹਿ, ਤੁਹਾਡੀ ਮਹਿਮਾ ਕੌਣ ਬਿਆਨ ਕਰ ਸਕਦਾ ਜੀ? ਕਰ ਸਕਦਾ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਬ ਹੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਜਿਹੜਾ ਮਨ ਕਰਕੇ ਉਹਦੇ ਨਾਮ ਨੂੰ ਮੰਨ ਲੈਂਦਾ, ਉਹਦੀ ਫਿਰ ਮਹਿਮਾ ਕੌਣ ਬਿਆਨ ਕਰ ਸਕਦਾ? ਕੋਈ ਏਡਾ ਵੱਡਾ ਕਾਗਜ਼ ਹੀ ਨਹੀਂ ਜਿਸ ਉੱਤੇ ਉਹਦੀ ਮਹਿਮਾ ਲਿਖੀ ਜਾਏ। ਇਨੀ ਸਿਆਹੀ ਹੀ ਨਹੀਂ ਜਿਸ ਨਾਲ ਲਿਖੀ ਜਾਏ। ਇੰਨੀ ਸਮਰੱਥ ਕੋਈ ਕਲਮ ਹੀ ਨਹੀਂ, ਨਾ ਕੋਈ ਲਿਖਾਰੀ ਹੈ ਕਿ ਜੋ ਜਪਣ ਵਾਲੇ ਦੀ ਮਹਿਮਾ ਨੂੰ ਸੰਪੂਰਨ ਤੌਰ ਤੇ ਲਿਖ ਸਕੇ। ਤੁਮਰੀ ਮਹਿਮਾ ਕੌਣ ਸਕੈ ਕਹਿ। ਬਾਬਾ ਜੀ ਤੁਹਾਡੀ ਮਹਿਮਾ ਕੌਣ ਬਿਆਨ ਕਰ ਸਕਦਾ ਹੈ ਜੀ। ਹੁਣ ਗੁਰਦਾਸ ਗੁਰੂ ਕੇ ਬਾਕਨ ਸਨਮਾਨ ਤੂੰ ਬੋਲਿਓ ਕਰ ਬੰਦ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਵੀ ਕੋਲ ਹੀ ਬੈਠੇ ਸਨ।
ਜਿਸ ਵੇਲੇ ਸਾਹਿਬ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਵਡਿਆਈ ਕੀਤੀ ਹੈ, ਉਹਨਾਂ ਦਾ ਪਿਆਰਿਓ ਜੀਵਨ ਸੀ ਨਾ, ਉਹਨਾਂ ਦੇ ਜੀਵਨ ਦੀ ਜਦੋਂ ਇਹ ਸਿਫਤੋ ਸਲਾਹ ਕੀਤੀ ਤੇ ਭਾਈ ਗੁਰਦਾਸ ਜੀ ਉਹ ਵੀ ਬੋਲ ਪਏ ਜੀ ਬਾਬਾ ਬੁੱਢਾ ਸਾਹਿਬ ਜੀ ਦਾ। ਉਹ ਵੀ ਬਹੁਤ ਸਨਮਾਨ ਕਰਦੇ ਨੇ, ਬਹੁਤ ਆਦਰ ਕਰਦੇ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਤਿਕਾਰ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਕਹੇ ਹੋਏ ਸ਼ਬਦਾਂ ਦੀ ਹੋਰ ਪਰੋੜਤਾ ਕੀਤੀ ਹੈ ਜੀ। ਸਤ ਕਹਿਤ ਸਰਬਾਗਿਆ ਪ੍ਰਭੂ ਤੁਮ, ਪੂਰਨ ਸਭ ਗੁਣ ਗਿਆਨ ਬਿਲੰਦ। ਕਹਿਣ ਲੱਗੇ ਗੁਰ ਅਰਜੁਨ ਦੇਵ ਜੀਓ ਆਪ ਜੀ ਬਿਲਕੁਲ ਸੱਚ ਕਹਿ ਰਹੇ ਹੋ। ਸਮਰੱਥ ਗੁਰੂ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਬਾਬਾ ਬੁੱਢਾ ਸਾਹਿਬ ਵਾਕਿਆ ਹੀ ਇਹ ਬ੍ਰਹਮ ਗਿਆਨੀ ਨੇ, ਇਹ ਰੱਬ ਦਾ ਰੂਪ ਨੇ, ਇਹ ਗੁਣੀ ਨਿਧਾਨ ਨੇ, ਇਹ ਆਪ ਬ੍ਰਹਮ ਗਿਆਨੀ, ਆਪ ਪਰਮੇਸ਼ਵਰ ਵਾਲੀ ਅਵਸਥਾ ਦੇ ਮਾਲਕ ਹਨ ਜੀ। ਪੰਜ ਗੁਰਨ ਕੇ ਦਰਸ਼ਨ ਪਰਸੇ, ਸੇਵਾ ਕੀਨਸ ਲੀਨ ਆਨੰਦ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਪੰਜ ਗੁਰੂ ਸਾਹਿਬ ਜੀ ਦੇ ਇਹਨਾਂ ਨੇ ਦਰਸ਼ਨ ਕੀਤੇ ਨੇ, ਦੀਦਾਰ ਪਾਏ ਨੇ। ਧੰਨ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਤੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਤੱਕ ਤੇ ਹੁਣ ਅਗਾਂ ਗੁਰੂ ਹਰਗੋਬਿੰਦ ਸਾਹਿਬ ਜੀ, ਫਿਰ ਉਹਨਾਂ ਦੀ ਸੇਵਾ ਵੀ ਬਾਬਾ ਬੁੱਢਾ ਸਾਹਿਬ ਨੇ ਕਰਨੀ ਹੈ ਨਾ ਜੀ। ਇਸ ਕਰਕੇ ਅਜੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਪੰਜ ਗੁਰੂ ਮਹਾਰਾਜ ਜੀ ਦੇ ਇਹਨਾਂ ਨੇ ਦਰਸ਼ਨ ਪਾਏ ਨੇ, ਤੇ ਕੱਲਾ ਦਰਸ਼ਨ ਹੀ ਨਹੀਂ ਕੀਤੇ, ਦਰਸ਼ਨ ਤੇ ਹੋਰਾਂ ਨੇ ਵੀ ਕਈਆਂ ਨੇ ਕੀਤੇ ਹੋਣਗੇ, ਪਰ ਸੇਵਾ ਕੀਨਸ ਲੀਨ ਆਨੰਦ। ਇਹਨਾਂ ਨੇ ਪੰਜ ਗੁਰੂ ਸਾਹਿਬਾਨ ਦੀ ਸੇਵਾ ਕਰਕੇ ਆਨੰਦ ਪ੍ਰਾਪਤ ਕਰਿਆ ਹੈ ਜੀ। ਸਰਬ ਪ੍ਰਸੰਨ ਭਏ ਹੈ ਇਨ ਪਰ, ਆਪਰ ਨਾ ਜਾਣੀਏ ਤੈਨ ਹੋ ਮਨਿੰਦ। ਫਿਰ ਕਮਾਲ ਦੀ ਬਾਤ ਹੈ ਕਿ ਸਾਰੇ ਹੀ ਸਤਿਗੁਰੂ ਜੀ ਇਹਨਾਂ ਤੇ ਪ੍ਰਸੰਨ ਹੋਏ ਨੇ, ਸਾਰੇ ਗੁਰੂ ਸਾਹਿਬ ਦੀਆਂ ਇਹਨਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ, ਮੈਂ ਕਿਸੇ ਵੀ ਸਰੀਰ ਵਿੱਚ ਹੋਵਾਂ, ਕਿਸੇ ਵੀ ਥਾਂ ਤੇ ਹੋਵਾਂ, ਕਿਧਰੇ ਵੀ ਮੈਂ ਕਮਰਾ ਬੰਦ ਕਰਕੇ ਬੈਠਾ ਹੋਵਾਂ, ਕਿਸੇ ਨੂੰ ਨਹੀਂ ਪਤਾ ਹੋਵੇਗਾ, ਮੇਰੇ ਪੁੱਤਰਾਂ ਨੂੰ, ਮੇਰੇ ਭਰਾਵਾਂ ਨੂੰ, ਮੇਰੇ ਪਰਿਵਾਰ ਨੂੰ ਵੀ ਨਹੀਂ ਪਤਾ ਹੋਵੇਗਾ ਮੈਂ ਕਿੱਥੇ ਆ, ਪਰ ਬਾਬਾ ਬੁੱਢਾ ਸਾਹਿਬ ਤੈਨੂੰ ਜ਼ਰੂਰ ਪਤਾ ਹੋਵੇਗਾ ਕਿ ਮੈਂ ਕਿੱਥੇ ਬੈਠਾ ਹਾਂ। ਇੰਨਾ ਮਹਾਨ ਬਖਸ਼ਿਸ਼ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ, ਇਹ ਬਖਸ਼ ਮਿਲੀ ਹੈ। ਗੁਰ ਅੰਗਦ ਦੇਵ ਜੀ ਨੇ ਪਿਆਰਿਓ ਜਦੋਂ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਮੈਨੂੰ ਕੋਈ ਉਪਦੇਸ਼ ਦਿਓ, ਤੇ ਗੁਰ ਅੰਗਦ ਦੇਵ ਜੀ ਗੁਮਾਨ ਦਿੰਦੇ ਨੇ, ਕਹਿੰਦੇ ਨੇ ਤਿੰਨ ਕੋ ਕਿਆ ਉਪਦੇਸੀ ਹੈ, ਜਿਨ ਗੁਰ ਨਾਨਕ ਦਿਓ। ਬਾਬਾ ਬੁੱਢਾ ਸਾਹਿਬ ਤੁਹਾਨੂੰ ਉਪਦੇਸ਼ ਦੇਣ ਦੀ ਲੋੜ ਹੀ ਨਹੀਂ, ਤੁਸੀਂ ਗੁਰੂ ਨਾਨਕ ਦੀ ਸੰਗਤ ਕੀਤੀ ਹੈ। ਗੁਰ ਅਮਰਦਾਸ ਮਹਾਰਾਜ ਪਿਆਰੇ ਉਹ ਬਾਸਰ ਕੇ ਜਦੋਂ ਜਾਂਦੇ ਨੇ ਉੱਥੇ ਵਾਹਿਗੁਰੂ ਜਿਹੜਾ ਖਡੂਰ ਸਾਹਿਬ ਤੋਂ ਗਾਂ ਪਰ ਗੁਰਦੁਆਰਾ ਸੰਨ ਸਾਹਿਬ ਹੈ ਜੀ, ਉੱਥੇ ਜਾ ਕੇ ਜਦੋਂ ਮਹਾਰਾਜ ਇਹ ਦਾਤੂ ਜੀ ਵਿਰੋਧ ਕਰਦੇ ਨੇ ਤੇ ਸਾਹਿਬ ਉੱਥੇ ਚਲੇ ਜਾਂਦੇ ਨੇ, ਤੇ ਜਦੋਂ ਬਾਬਾ ਬੁੱਢਾ ਸਾਹਿਬ ਜਾ ਕੇ ਸਾਹਿਬ ਨੂੰ ਪ੍ਰਗਟ ਕਰਦੇ ਨੇ ਸੰਨ ਲਗਾ ਕੇ ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ, ਤੇ ਪਿਆਰ ਉੱਥੇ ਮਾਣ ਕੀ ਮਿਲਿਆ, ਧੰਨ ਬਾਬਾ ਬੁੱਢਾ ਜਿਨੇ ਗੁਰੂ ਲੱਦਾ, ਇਨਾ ਮਾਣ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਕੱਲਾ ਇਹਨਾਂ ਨੇ ਦੀਦਾਰ ਹੀ ਨਹੀਂ ਪਾਏ, ਇਹਨਾਂ ਨੇ ਸੇਵਾ ਵੀ ਕੀਤੀ ਹੈ, ਸੇਵਾ ਹੀ ਨਹੀਂ ਕੀਤੀ, ਇਹਨਾਂ ਨੇ ਸਾਰੇ ਸਤਿਗੁਰਾਂ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ ਨੇ, ਇਹਨਾਂ ਨੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰੀਆਂ ਨੇ। ਇਹਨਾਂ ਵਰਗਾ ਇਹਨਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜੀ। ਇਮ ਬਿਰਧ ਕੇ ਗੁਣ ਬਿਰਧ ਪਨੇ ਤਬ, ਰਹਿਤ ਭਏ ਸ੍ਰੀ ਸਤਿਗੁਰ ਪਾਸ। ਇਸ ਪ੍ਰਕਾਰ ਪਹਿਲਾਂ ਤੇ ਗੁਰ ਅਰਜੁਨ ਦੇਵ ਮਹਾਰਾਜ ਜੀ ਨੇ, ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਦੇ ਜਦੋਂ ਗੁਣ ਵਰਣਨ ਕੀਤੇ, ਤੇ ਬਾਬਾ ਬੁੱਢਾ ਸਾਹਿਬ ਸਤਿਗੁਰ ਮਹਾਰਾਜ ਜੀ ਦੇ ਪਾਸ ਹੀ ਫਿਰ ਪਿਆਰੇ ਬਹਿ ਗਏ, ਉੱਥੇ ਹੀ ਰਹਿ ਪਏ, ਬਹੁਤ ਦੇਰ ਉੱਥੇ ਬੈਠੇ ਰਹੇ ਹਨ ਜੀ। ਰਾਮਦਾਸਪੁਰ ਮੈਂ ਸੁਧ ਪਹੁੰਚੀ, ਗੁਰ ਅਰਜਨ ਕੇ ਪੁੱਤਰ ਪ੍ਰਕਾਸ਼। ਇਧਰੋਂ ਰਾਮਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਪਿਆਰ ਹੁਣ ਖਬਰ ਪਹੁੰਚ ਗਈ ਹੈ ਜੀ। ਇਹ ਸਾਰੇ ਅੰਮ੍ਰਿਤਸਰ ਗੁਰੂ ਕੀ ਵਿਸਾਈ ਨਗਰੀ ਦੇ ਵਿੱਚ ਰਾਮਦਾਸਪੁਰ ਇਹ ਖੁਸ਼ਖਬਰੀ ਪਹੁੰਚ ਗਈ ਕਿ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ
ਬਾਲਕ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਪ੍ਰਕਾਸ਼ ਹੋਇਆ ਹੈ ਜੀ। ਸੁੰਦਰ ਬਸਤਰ ਬਿਭੂਖਣ ਪਹਿਰੇ ਨਰ ਨਾਰਨ ਤਜ ਆਪਣੇ ਆਵਾਸ। ਪਿਆਰਿਓ ਜਦੋਂ ਸੰਗਤਾਂ ਨੇ ਸੁਣਿਆ ਜਿਹੜੇ ਸਿੱਖ ਉੱਤੇ ਰਹਿੰਦੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਪਰਿਵਾਰ ਨੇ, ਜਦੋਂ ਉਹਨਾਂ ਨੇ ਸੁਣਿਆ ਤੇ ਕਵੀ ਜੀ ਕਹਿੰਦੇ ਨੇ ਸਾਰੇ ਫਿਰ ਕਹਿੰਦੇ ਨੇ ਸੋਹਣੇ ਸੋਹਣੇ ਬਸਤਰ ਪਹਿਨ ਕੇ, ਕੀ ਨਰ ਕੀ ਨਾਰੀਆਂ ਕੀ ਬੀਬੀਆਂ ਕੀ ਪੁਰਸ਼, ਕਹਿੰਦੇ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ, ਇਥੋਂ ਤੱਕ ਜਿਨ੍ਹਾਂ ਦੀਆਂ ਦੁਕਾਨਾਂ ਖੁੱਲੀਆਂ ਸਨ ਆਪਣੀਆਂ ਦੁਕਾਨਾਂ ਦੇ ਦਰਵਾਜ਼ੇ ਬੰਦ ਕਰਕੇ ਤੇ ਗੁਰੂ ਕੀ ਵਡਾਲੀ ਵੱਲ ਨੂੰ ਚੱਲ ਪੈਂਦੇ ਹਨ ਜੀ। ਭੇੜ ਜਥੋ ਚਿਤ ਲੈ ਸਭ ਗਮਨੇ ਚਿਤ ਸੰਚੌਪ ਔਰ ਧਰੇ ਹੁਲਾਸ। ਆਪੋ ਆਪਣੀ ਵਿੱਤ ਦੇ ਮੁਤਾਬਕ ਆਪੋ ਆਪਣੀ ਸਮਰੱਥਾ ਦੇ ਅਨੁਸਾਰ ਪਿਆਰ ਜਿਹੜਾ ਵੀ ਆਉਂਦਾ ਹੈ ਨਾ ਉਹ ਭੇਟਾਂ ਲੈ ਕੇ ਆ ਰਿਹਾ ਹੈ। ਕੋਈ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਾਹਿਬਜ਼ਾਦੇ ਦੇ ਲਈ, ਕੋਈ ਸੋਨੇ ਦੇ ਅਲੰਕਾਰ ਬਣਵਾ ਕੇ ਲੈ ਕੇ ਆ ਰਿਹਾ ਹੈ, ਕੋਈ ਬਸਤਰ ਲੈ ਕੇ ਆ ਰਿਹਾ ਹੈ, ਕੋਈ ਹੋਰ ਕੀਮਤੀ ਭੇਟਾ ਲੈ ਕੇ ਆ ਰਿਹਾ ਹੈ। ਪੇਟ ਜਥੋ ਚਿਤ ਲੈ ਸਭ ਗਮਨੇ, ਸਾਰੇ ਚੱਲ ਪਏ ਨੇ ਚਿੱਤ ਸੰਚੋਪ ਔਰ ਧਰੇ ਹੁਲਾਸ। ਮਨ ਵਿੱਚ ਬੜਾ ਚਾਉ ਹੈ, ਮਨ ਵਿੱਚ ਬੜਾ ਉਤਾਸ਼ਾ ਹੈ, ਮਨ ਅੰਦਰ ਬੜਾ ਹੁਲਾਸ ਅਤੇ ਖੇੜਾ ਹੈ ਜੀ। ਗ੍ਰਾਮ ਬਡਾਲੀ ਧਾਮ ਗੁਰ ਕੇ ਆਨ ਪ੍ਰਵੇਸ਼ੇ ਉਤਸਵ ਹੋਤ। ਸਾਰੇ ਫਿਰ ਪਿਆਰਿਓ ਗ੍ਰਾਮ ਵਡਾਲੀ ਗੁਰੂ ਕੀ ਵਡਾਲੀ ਨਗਰ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਪਹੁੰਚਦੇ ਨੇ ਜੀ। ਉੱਥੇ ਜਾਂਦੇ ਨੇ ਬੜਾ ਉਤਸਵ ਹੋ ਰਿਹਾ, ਉੱਥੇ ਬੜਾ ਆਨੰਦ ਵਾਲਾ, ਬੜੇ ਮੰਗਲ ਵਾਲਾ, ਬੜੀਆਂ ਖੁਸ਼ੀਆਂ ਵਾਲਾ ਜਿਹੜਾ ਮਾਹੌਲ, ਇਹਦੇ ਤੋਂ ਵੱਡੀਆਂ ਹੋਰ ਫਿਰ ਖੁਸ਼ੀਆਂ ਹੋਣੀਆਂ ਵੀ ਕੀ ਨੇ ਜੀ। ਬਹੁਤ ਸੋਹਣਾ ਉੱਥੇ ਮਾਹੌਲ ਬਣਿਆ ਹੋਇਆ ਹੈ ਜੀ। ਪੰਤ ਬਧਾਈ ਅਰਪ ਪਾਇਨ ਪਾਇਨ ਪਰ ਹੈ ਆਨੰਦ ਅਦੋਤ। ਜਿਹੜਾ ਵੀ ਆਉਂਦਾ ਹੈ ਆਣ ਕੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੂੰ ਵਧਾਈਆਂ ਦਿੰਦਾ ਹੈ, ਸਤਿਗੁਰੂ ਜੀ ਦੇ ਸਰਮੁਖ ਭੇਟਾ ਅਰਪਣ ਕਰਦਾ ਹੈ, ਪਾਇਨ ਪਰੈ ਹਜੂਰ ਦੇ ਚਰਨਾਂ ਵਿੱਚ ਉਹ ਮੱਥਾ ਟੇਕਦਾ ਹੈ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਜੀ। ਵਧਾਈਆਂ 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 ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਵਧਾਈਆਂ 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 ਪੰਤ ਬਧਾਈ ਅਰਪ ਪਾਇਨ ਪਾਇਨ ਪਰੇ ਆਨੰਦ ਉਦੋਤ। ਅਦਕ ਜਤਨ ਤੇ ਨੰਦਨ ਉਪਜੋ ਚਿਰ ਜੀਵੀ ਹੋਏ ਸ੍ਰੀ ਗੁਰ ਜੋਤ। ਤੇ ਫਿਰ ਆਖਦੇ ਰਹੇ ਮਹਾਰਾਜ ਗੁਰੂ ਨਾਨਕ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਕਈਆਂ ਵਰਿਆਂ ਤੋਂ ਬਾਅਦ ਇਹ ਦਾਤ ਆਪ ਜੀ ਨੂੰ ਬਖਸ਼ਿਸ਼ ਕੀਤੀ ਹੈ। ਮਾਲਕ ਮਿਹਰ ਕਰੇ ਇਹ ਜੋ ਗੁਰੂ ਜੋਤ ਹੈ ਇਹ ਬਹੁਤ ਚਰਨਜੀਵੀ ਹੋਵੇ ਜੀ। ਚਾਹਤ ਸੁਤ ਚਿਤ ਚਿੰਤ ਉਦਤ ਵਤ ਅਸ ਗੰਗਾ ਤਿਸ ਕੇ ਇਹ ਪੋਤ। ਕਿਉਂਕਿ ਜਿਸ ਵੇਲੇ ਸਾਹਿਬਜ਼ਾਦਾ ਨਹੀਂ ਸੀ ਨਾ ਆਏ ਤੇ ਮਾਤਾ ਗੰਗਾ ਜੀ ਉਵੇਂ ਲੱਗਦਾ ਸੀ ਕਿ ਪ੍ਰਿਥਵੀ ਚਾਂਦ ਉਹਦੀ ਘਰ ਵਾਲੀ ਕਰਮੋਂ ਦੇ ਤਾਨੇ ਮੇਨੇ ਸੁਣ ਕੇ ਜਿਵੇਂ ਚਿੰਤਾ ਦੇ ਸਮੁੰਦਰ ਵਿੱਚ ਘਿਰੇ ਹੁੰਦੇ ਨੇ, ਬਸ ਸਾਹਿਬਜ਼ਾਦਾ ਆਇਆ ਹੈ ਇਹ ਚਿੰਤਾ ਦੇ ਸਮੁੰਦਰ ਚੋਂ ਪਾਰ ਲਗਾਉਣ ਦੇ ਲਈ ਇਹ ਜਹਾਜ਼ ਬਣ ਕੇ ਆਇਆ ਹੈ, ਇਹ ਬੇੜਾ ਬਣ ਕੇ ਆਇਆ ਹੈ ਜੀ। ਰਾਮਦਾਸਪੁਰ ਕੀ ਸਭ ਨਾਰੀ ਮਿਲ ਬਾਲਕ ਅਵਲੋਕਨ ਚਾਹੇ। ਹੁਣ ਪਿਆਰਿਓ ਜਿਤਨੀਆਂ ਉਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀਬੀਆਂ ਚੱਲ ਕੇ ਪਹੁੰਚੀਆਂ ਨੇ ਗੁਰੂ ਕੀ ਵਡਾਲੀ, ਹੁਣ ਸਾਰੀਆਂ ਦੇ ਅੰਦਰ ਇਹ ਭਾਵਨਾ ਹੈ ਕਿ ਸਾਹਿਬਜ਼ਾਦੇ ਨੂੰ ਦੇਖ ਕੇ ਜਾਈਏ। ਤੇ ਆਪਾਂ ਅੱਜ ਵੀ ਦੇਖਦੇ ਹਾਂ ਜੀ ਪਿੰਡਾਂ ਵਿੱਚ ਕਿਸੇ ਦੇ ਘਰੇ ਵੀ ਜਦੋਂ ਕੋਈ ਧੀ ਪੁੱਤਰ ਜਨਮ ਲੈਂਦਾ ਤੇ ਜਿਹੜੇ ਵਧਾਈਆਂ ਦੇਣ ਆਉਂਦੇ ਨੇ ਉਹ ਸਾਰੇ ਕਹਿੰਦੇ ਨੇ ਸਾਨੂੰ ਦਿਖਾਓ ਜੀ ਧੀ ਦਾ ਮੂੰਹ ਦਿਖਾਓ, ਸਾਨੂੰ ਬੱਚੇ ਦਾ ਮੂੰਹ ਦਿਖਾਓ। ਦਿਖਾਉਂਦੇ ਆ ਫਿਰ ਉਹ ਸ਼ਗਨ-ਬਹਾਰ ਪਾ ਕੇ ਜਾਂਦੇ ਨੇ ਜੀ, ਅਸੀਸਾਂ ਦੇ ਕੇ ਜਾਂਦੇ ਨੇ ਸਾਰੇ। ਇਸੇ ਤਰ੍ਹਾਂ ਹੁਣ ਪਿਆਰੇ ਜਦੋਂ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਸਾਰਿਆਂ ਦੇ ਅੰਦਰ ਨਾ ਇੱਕ ਉਤਸ਼ਾਹ ਹੈ, ਉਹਨਾਂ ਦੇ ਅੰਦਰ ਨਾ ਵੀ ਇਹ ਹੁਣ ਚਾਹਨਾ ਹੈ ਕਿ ਸਾਹਿਬਜ਼ਾਦੇ ਨੂੰ ਦੇਖ ਕੇ ਜਾਈਏ, ਉਹਦੇ ਮੁਖ ਨੂੰ ਤਾਕੇ ਜਾਈਏ ਜੀ। ਇਸ ਘਰ ਕੇ ਦਰ ਪਰ ਹੋਏ ਠਾਂਡੇ ਨਮੋ ਕੀਨ ਔਰ ਬਹੁਤ ਸ਼ਾਹ। ਪਿਆਰੇ ਤਿਸ ਕਰਕੇ ਦਰ ਪਰ ਹੋਏ ਠਾਂਡੇ, ਇਸ ਤਰ੍ਹਾਂ ਉਹ ਘਰ ਦੇ ਦਰਵਾਜ਼ੇ ਦੇ ਬਾਹਰ ਖੜੀਆਂ ਹੋ ਗਈਆਂ
ਹਿਰਦੇ ਵਿੱਚ ਉਹਨਾਂ ਨੇ ਪਿਆਰਿਓ ਨਮਸਕਾਰ ਵੀ ਕੀਤੀ, ਉਤਸ਼ਾਹ ਵੀ ਹੈ ਕਿ ਇਹ ਜਿਹੜਾ ਬਾਲਕ ਹੈ ਅਸਾਂ ਨੇ ਇਹਨੂੰ ਦੇਖਣਾ ਹੈ ਜੀ। ਸਾਹਿਬਜ਼ਾਦੇ ਕੋ ਸ਼ੁਭ ਦਰਸ਼ਨ ਦਿਖ ਰਾਵਹੂੰ ਕਹਿ ਪ੍ਰੇਮ ਉਮਾਹੇ। ਤੇ ਫਿਰ ਕਹਿੰਦੇ ਨੇ ਬਾਹਰੋਂ ਖਲੋ ਕੇ ਨਾ, ਕਿਉਂਕਿ ਸਾਹਿਬਜ਼ਾਦੇ ਨੂੰ ਲੈ ਕੇ ਮਾਂ ਗੰਗਾ ਉਤੇ ਕੋਠੇ ਦੇ ਅੰਦਰ ਕਮਰੇ ਦੇ ਅੰਦਰ ਨੇ ਜੀ। ਇਹ ਫਿਰ ਬਾਹਰ ਖਲੋ ਕੇ ਨਾ ਤੇ ਆਵਾਜ਼ ਮਾਰ ਕੇ ਕਹਿੰਦੀਆਂ ਨੇ, ਮਾਂ ਗੰਗਾ ਆਪਣੇ ਲਾਲ ਦੇ ਸਾਨੂੰ ਦਰਸ਼ਨ ਤਾਂ ਕਰਾ ਦੇ, ਆਪਣੇ ਸਾਹਿਬਜ਼ਾਦੇ ਦਾ ਸਾਨੂੰ ਮੁਖ ਤਾਂ ਦਿਖਾ ਦੇਵੋ ਜੀ। ਭਾਏ ਲਿਓ ਸਿਸ ਦੋਨੋਂ ਕਰ ਪਰ ਦੇਖ ਦੇ ਕਰ ਬਾਲ ਬਾਲ ਜਾਹੇ। ਪਿਆਰਿਓ ਫਿਰ ਮਾਤਾ ਗੰਗਾ ਜੀ ਜੋ ਉਤੇ ਸੇਵਾ ਨਿਭਾ ਰਹੀ ਸੀ ਦਾਈ ਦੀ, ਪਿਆਰੇ ਫਿਰ ਉਹਨੂੰ ਕਹਿੰਦੇ ਨੇ ਕਿ ਲੈ ਇਹ ਬਾਲਕ ਸਾਰਿਆਂ ਨੂੰ ਦਿਖਾ, ਮੇਰੇ ਲਾਲ ਦਾ ਮੁਖ ਦਿਖਾਓ। ਫਿਰ ਉਹ ਦਾਈ ਪਿਆਰਿਓ ਬਾਲਕ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੇ ਸਾਰਿਆਂ ਨੂੰ ਬਾਲਕ ਦੇ ਦਰਸ਼ਨ ਕਰਾਉਂਦੀ ਹੈ। ਧਾਏ ਲਿਓ ਸਿਸ ਦੋਨੋਂ ਕਰ ਪਰ, ਦਾਈ ਨੇ ਦੋਨਾਂ ਹੱਥਾਂ ਦੇ ਨਾਲ ਸਾਹਿਬਜ਼ਾਦੇ ਬਾਲਕ ਨੂੰ ਪਕੜਿਆ ਹੋਇਆ ਹੈ। ਦੇਖ ਦੇਖ ਕਰ ਬਲ ਬਲ ਜਾਹੇ, ਤੇ ਜਿਹੜਾ ਵੀ ਇਸ ਬਾਲਕ ਦੇ ਦੀਦਾਰ ਪਾਉਂਦਾ ਏ ਪਿਆਰ ਇਸ ਤੋਂ ਬਲਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ ਜੀ। ਸਭ ਨਾਰਨ ਸੋ ਗੰਗ ਉਚਾਰਤ ਹੈ ਪ੍ਰਿਯ ਸਖੀ ਸੁਨਹੁ ਮਨ ਲਾਏ। ਤੇ ਜਿਤਨੀਆਂ ਪਿਆਰੇ ਉਥੇ ਸਿੱਖ ਸੰਗਤਾਂ ਨੇ, ਜੋ ਸਖੀਆਂ ਨੇ, ਜੋ ਸਹੇਲੀਆਂ ਨੇ, ਜੋ ਬੀਬੀਆਂ ਇਕੱਠੀਆਂ ਹੋਈਆਂ, ਤੇ ਮਾਤਾ ਗੰਗਾ ਜੀ ਫਿਰ ਉਹਨਾਂ ਨੂੰ ਅੱਗੋਂ ਕਹਿੰਦੇ ਨੇ, ਸਭ ਨਾਰਨ ਸੋ ਗੰਗ ਉਚਾਰਤ। ਮਾਤਾ ਗੰਗਾ ਜੀ ਆਖਦੇ ਨੇ, ਹੇ ਪ੍ਰਿਯ ਸਖੀ ਸੁਨਹੁ ਮਨ ਲਾਏ, ਹੇ ਮੇਰੀਓ ਪਿਆਰੀਓ ਸਖੀਓ ਸਹੇਲੀਓ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਜੀ। ਬੁੱਢੇ ਸਾਹਿਬ ਦੇ ਹਮਕੋ ਬਰ ਕਰਿਓ ਨਿਹਾਲ ਭਇਓ ਸੁਖ ਦਾਏ। ਕਹਿਣ ਲੱਗੇ ਇਹ ਜਿਹੜੀ ਦਾਤ ਮਿਲੀ ਹੈ ਨਾ, ਇਹ ਬਾਬਾ ਬੁੱਢਾ ਸਾਹਿਬ, ਇਹ ਉਹਨਾਂ ਦੀ ਅਰਦਾਸ ਹੈ, ਇਹ ਉਹਨਾਂ ਦਾ ਆਸ਼ੀਰਵਾਦ ਹੈ, ਇਹ ਉਹਨਾਂ ਦਾ ਵੀ ਪ੍ਰਤਾਪ ਹੈ, ਉਹਨਾਂ ਨੇ ਸਾਨੂੰ ਇਹ ਨਿਵਾਜਿਆ ਹੈ ਜੀ। ਕੁਲ ਭੂਖਨ ਸਭ ਗੁਰ ਕੋ ਦੀਪਕ ਸੁੰਦਰ ਸੁਤ ਐਸੋ ਅਬ ਪਾਏ। ਕਹਿਣ ਲੱਗੇ ਇਹ ਫਿਰ ਕੁਲ ਦਾ ਕਹਿੰਦੇ ਨੇ, ਇਹ ਭੂਖਣ ਹੈ, ਇਹ ਘਰ ਦਾ ਦੀਪਕ ਹੈ, ਘਰ ਦਾ ਚਿਰਾਗ ਹੈ, ਸੁੰਦਰ ਸੁਤ ਐਸੇ ਅਬ ਪਾਹੇ। ਐਸਾ ਮੈਨੂੰ ਸੋਹਣਾ ਮਾਲਕ ਨੇ ਲਾਲ ਦਿੱਤਾ ਹੈ ਕਿ ਜੋ ਮੇਰੇ ਘਰ ਦਾ ਦੀਪਕ ਹੈ, ਜੋ ਮੇਰੀ ਕੁਲ ਦਾ ਗਹਿਣਾ ਹੈ, ਜੋ ਅਸਾਂ ਦੀ ਕੁਲ ਦਾ ਚਿਰਾਗ ਹੈ ਜੀ। ਇਹ ਸਜਣੀ ਇਸ ਰਜਨੀ ਉਪਰ ਉਮਗ ਉਮਗ ਮਨ ਬਲ ਬਲ ਜਾਏ। ਹੇ ਸੱਜਣੀ ਇਸ ਰਾਤ ਉੱਪਰ, ਰਜਨੀ ਕਹਿੰਦੇ ਰਾਤ ਨੂੰ, ਭਾਵ ਕਿ ਇਹ ਬਾਲਕ ਜੀ ਰਾਤ ਨੂੰ ਆਏ ਨੇ ਨਾ। ਕਹਿਣ ਲੱਗੇ ਮੇਰਾ ਚਿੱਤ ਕਰਦਾ ਮੈਂ ਇਸ ਰਜਨੀ ਤੋਂ, ਇਸ ਰਾਤ ਤੋਂ ਬਲਹਾਰ ਜਾਵਾਂ, ਕੁਰਬਾਨ ਜਾਵਾਂ, ਕਿ ਜਿਸ ਰਾਤ ਇਹ ਸਾਹਿਬਜ਼ਾਦਾ ਮੇਰੇ ਪਾਸ, ਮੇਰੇ ਕੋਲ ਰੱਬ ਨੇ ਦਾਤ ਕਰਕੇ ਇਹ ਨਿਵਾਜ ਕੇ ਮੈਨੂੰ, ਤੇ ਉਹਨਾਂ ਨੇ ਇਹ ਦਾਤ ਬਖਸ਼ੀ ਹੈ ਜੀ। ਕਰ ਦਰਸ਼ਨ ਸੁੰਦਰ ਸਿਸ ਘੇਰ ਅਦਕ ਸਰਾਹਿਤ ਰੂਪ ਵਿਸਾਲ। ਪਿਆਰਿਓ ਸਾਰੇ ਉਸ ਬਾਲਕ ਦੇ ਦਰਸ਼ਨ ਕਰਦੇ ਨੇ ਤੇ ਸਾਹਿਬਜ਼ਾਦੇ ਦੇ ਸੁੰਦਰ ਸਰੂਪ ਦੀ ਫਿਰ ਬਹੁਤ ਸ਼ਲਾਘਾ ਕਰਦੇ ਨੇ, ਸਿਫਤੋ ਸਲਾਹ ਕਰਦੇ ਹਨ ਜੀ। ਬਿਰਧ ਕੇ ਵਰਤੇ ਬਿਰਧ ਹੋਏ ਭਇਆ ਆਸ਼ਿਖ ਦੇਤ ਪ੍ਰੇਮ ਕੇ ਨਾਲ। ਤੇ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਫਿਰ ਅਸੀਸਾਂ ਦਿੰਦੇ ਨੇ ਸਾਰੇ, ਕਿ ਜੇ ਬਾਬੇ ਬਿਰਧ ਦੀ ਅਰਦਾਸ ਦੇ ਸਦਕਾ ਇਹ ਬਾਲਕ ਆਇਆ ਏ ਤੇ ਰੱਬ ਮਿਹਰ ਕਰੇ ਇਹ ਵੀ ਬਹੁਤ ਆਰਬਲਾ ਵਾਲਾ ਹੋਵੇ, ਇਹ ਵੀ ਬਹੁਤ ਚਰਨਜੀਵੀ ਹੋਵੇ। ਇਸ ਤਰ੍ਹਾਂ ਸਾਰੇ ਅਸੀਸਾਂ ਦਿੰਦੇ ਹਨ ਜੀ। ਗੁਰੂ ਦੇ ਕੋ ਭੋਜਨ ਆਚ ਸਭ ਰਾਮਦਾਸ ਪੁਰ ਕੇ ਮਗ ਚਾਲ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਪਿਆਰਿਓ ਇੱਥੇ ਲੰਗਰ ਚੱਲਦਾ ਪਿਆ, ਜਿਹੜਾ ਵੀ ਆਉਂਦਾ ਹੈ ਇੱਥੇ ਪੰਗਤਾਂ ਲੱਗਦੀਆਂ, ਲੰਗਰ ਛਕਦੀਆਂ। ਸਤਿਗੁਰ ਕਹਿੰਦੇ ਕੋਈ ਲੰਗਰ ਛਕਰ ਤੋਂ ਬਿਨਾ ਨਾ ਜਾਏ ਜੀ, ਇੱਥੇ ਲੰਗਰ ਦਾ ਪ੍ਰਵਾਹ ਚੱਲਦਾ ਪਿਆ। ਇਸ ਕਰਕੇ ਗੁਰੂ ਦੇਗ ਕੋ ਭੋਜਨ ਅੱਜ ਸਭ ਸਾਰੇ ਆਉਂਦੇ ਨੇ, ਪੰਗਤ ਵਿੱਚ ਬਹਿੰਦੇ ਨੇ, ਪ੍ਰਸ਼ਾਦਾ ਪਾਣੀ ਛਕ ਕੇ ਰਾਮਦਾਸਪੁਰ ਕੇ ਮਗ ਚਾਲ। ਫਿਰ ਉਹ ਰਾਮਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਜੀ। ਸੋ ਜਸ ਪਰਸਪਰ ਉਚਰਤ ਹਿਤ ਧਰ ਪਹੁੰਚੇ ਸਦਨ ਨਾਰ ਨਰ ਜਾਲ। ਤੇ ਸਾਰੇ ਨਰ ਨਾਰੀਆਂ ਪਿਆਰਿਓ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਤੇ ਨਾਲੇ ਜਾਂਦੇ ਹੋਏ ਧੰਨ ਗੁਰ ਅਰਜਨ ਦੇਵ ਮਹਾਰਾਜ
ਉਹਨਾਂ ਦਾ ਜਸ ਗਾਉਂਦੇ ਜਾਂਦੇ ਨੇ, ਮਾਤਾ ਗੰਗਾ ਦੀ ਵਡਿਆਈ ਕਰਦੇ ਜਾਂਦੇ ਨੇ, ਸਾਹਿਬਜ਼ਾਦੇ ਦੇ ਪਿਆਰ ਸੁੰਦਰਤਾ ਦੇ ਉਹ ਗੀਤ ਗਾਉਂਦੇ ਜਾਂਦੇ ਹਨ ਜੀ। ਕੌਣ ਸ੍ਰੀ ਗੁਰ ਸਾਂਗ ਬੁੱਢਾ ਬੋਲਿਓ, ਬਾਲਕ ਦਰਸ਼ਨ ਦਿਓ ਦਿਖਰਾਏ। ਫਿਰ ਪਿਆਰਿਓ ਜਿਸ ਵੇਲੇ ਸਾਰੇ ਚਲੇ ਗਏ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਉਹ ਅਜੇ ਸਤਿਗੁਰੂ ਜੀ ਦੇ ਪਾਸ ਹੀ ਬੈਠੇ ਹੋਏ ਸਨ। ਤੇ ਫਿਰ ਬਾਬਾ ਬੁੱਢਾ ਜੀ ਕਹਿੰਦੇ ਨੇ, ਪੁਨ ਸ੍ਰੀ ਗੁਰੂ ਸੰਗ ਬੁੱਢਾ ਬੋਲਿਓ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਬਾਲਕ ਦਰਸ਼ਨ ਦਿਓ ਦਿਖਰਾਏ। ਮਹਾਰਾਜ ਬਾਲਕ ਦੇ ਦਰਸ਼ਨ ਤਾਂ ਕਰਾ ਦਿਓ, ਸਾਹਿਬਜ਼ਾਦੇ ਦੇ ਦੀਦਾਰ ਕਰਵਾ ਦੇਵੋ ਜੀ। ਮਹਿਦ ਲਾਲਸਾ ਮਨ ਮਹਿ ਮੇਰੇ, ਮਾਤ ਗਰਭ ਤੇ ਭਾ ਚਿਤ ਲਾਏ। ਕਹਿਣ ਲੱਗੇ, ਜਦੋਂ ਤੋਂ ਮੈਨੂੰ ਇਹ ਮਿਲੀ ਸੀ, ਮੈਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਦੀ ਕਿਰਪਾ ਹੋਣ ਵਾਲੀ ਏ, ਮੈਂ ਤੇ ਉਸੇ ਦਿਨ ਤੋਂ ਇਹ ਮਨ 'ਚ ਭਾਵਨਾ ਬਣਾ ਕੇ ਬੈਠਾ ਵਾਂ ਕਿ ਆਵੋ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਰਾਮ। ਮੈਂ ਉਹਦੇ ਦਰਸ਼ਨਾਂ ਨੂੰ ਲੋਚਦਾ ਹਾਂ, ਕਦੋਂ ਉਹ ਦਿਨ ਆਏ, ਕਦੋਂ ਉਹ ਭਾਗਾਂ ਭਰੀਆਂ ਘੜੀਆਂ ਆਉਣ, ਜਦੋਂ ਸਾਹਿਬਜ਼ਾਦਾ ਪ੍ਰਕਾਸ਼ ਹੋਏ ਤੇ ਮੈਂ ਜਾ ਕੇ ਉਹਨਾਂ ਦੇ ਦੀਦਾਰ ਕਰਾਂ ਜੀ। ਜਿਨ ਕੇ ਕਾਰਨ ਭਏ ਸ਼ਗਨ ਸ਼ੁਭ, ਪਿਖੇ ਅਚਾਨਕ ਮੈਂ ਬਿਸਮਾਏ। ਕਿਉਂਕਿ ਜਿਸ ਵੇਲੇ ਇਸ ਬਾਲਕ ਦੀ ਤਮੰਨਾ ਲੈ ਕੇ ਮਾਤਾ ਗੰਗਾ ਜੀ ਆਏ ਸਨ, ਜਦ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ, ਸੇਵਾ ਕੀਤੀ, ਨੰਗੇ ਪੈਰੀ ਚੱਲ ਕੇ ਗਏ, ਤੇ ਜਿਹੜਾ ਮਾਹੌਲ ਸੀ ਉਸ ਵੇਲੇ ਖੁਦਾ ਅੱਲਾਹ ਤਾਲਾ ਮੇਰਾ ਵਾਹਿਗੁਰੂ ਬੜਾ ਪ੍ਰਸੰਨ ਹੋਇਆ। ਅਕਾਲ ਪੁਰਖ ਗੁਰ ਅਰਜੁਨ ਦੇਵ ਜੀ ਬੜਾ ਖੁਸ਼ ਹੋਇਆ। ਉਹ ਮਾਹੌਲ ਇਸ ਤਰ੍ਹਾਂ ਦਾ ਬਣਿਆ ਸੀ ਜੀ। ਜੇ ਸਿਹਤ ਜਨਨੀ ਭਈ ਨਮਰਤਾ, ਅਨਗ ਯਤਨ ਤੇ ਆਪ ਸੁਤ ਪਾਏ। ਤੇ ਜਿਸ ਦੀ ਪ੍ਰਾਪਤੀ ਦੇ ਲਈ ਸਾਹਿਬਜ਼ਾਦੇ ਦੀ ਜਨਨੀ ਨੇ ਇਨੀ ਨਿਮਰਤਾ ਧਾਰਨ ਕੀਤੀ, ਇਨੀ ਸੇਵਾ ਕੀਤੀ, ਇਨੀ ਉਹਨੇ ਮਿਹਨਤ ਕੀਤੀ, ਕਹਿਣ ਲੱਗੇ ਇਹਨੇ ਯਤਨ ਕੀਤੇ, ਜਿਹੜਾ ਸੁੱਤ ਮਾਲਕ ਨੇ ਕਿਰਪਾ ਕਰਕੇ ਉਹਨਾਂ ਦੀ ਝੋਲੀ ਪਾਇਆ ਏ, ਬਸ ਉਹਦੇ ਦਰਸ਼ਨ ਕਰਵਾ ਦੇਵੋ ਜੀ। ਸ੍ਰੀ ਅਰਜਨ ਕਹਿ ਧਾਇ ਹਕਾਰੀ, ਲਿਹੋ ਬਿਰਧ ਕੋ ਸੰਗ ਸਿਧਾਰ। ਪਿਆਰ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੇ ਉਸ ਵੇਲੇ ਫਿਰ ਦਾਈ ਨੂੰ ਬੁਲਾਇਆ ਏ, ਤੇ ਬੁਲਾ ਕੇ ਦਾਈ ਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਜਾਵੋ ਜੀ। ਅੰਤਰ ਸਦਨ ਦਿਖਾਵੋ ਬਾਰਿਕ, ਗੁਰੂ ਨਾਨਕ ਕੋ ਨਾਮ ਉਚਾਰ। ਕਹਿਣ ਲੱਗੇ ਵੀ ਇਹਨਾਂ ਨੂੰ ਘਰ ਦੇ ਅੰਦਰ ਲੈ ਜਾਓ ਬਾਬਾ ਬੁੱਢਾ ਸਾਹਿਬ ਜੀ ਨੂੰ। ਕਹਿੰਦੇ ਨੇ ਇਹ ਬਾਰਕ ਦਿਖਾਵੋ, ਜਿਹੜਾ ਬਾਲਕ ਹੈ ਇਹ ਇਹਨਾਂ ਨੂੰ ਦਿਖਾਓ। ਗੁਰੂ ਨਾਨਕ ਕੋ ਨਾਮ ਉਚਾਰ, ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਯਾਦ ਕਰਕੇ ਗੁਰੂ ਨਾਨਕ ਦਾ ਨਾਮ ਲੈ ਕੇ ਇਹ ਜਿਹੜਾ ਬਾਲਕ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਸਨਮੁਖ ਲੈ ਕੇ ਜਾਵੋ ਜੀ। ਆਪਣਾ ਡਰ ਕਰੀਏ ਹਰ ਖਾਵੋ, ਰਸ਼ਕ ਜਿਹ ਕੇ ਸ਼੍ਰੀ ਕਰਤਾਰ। ਕਹਿਣ ਲੱਗੇ ਮਨ ਵਿੱਚ ਕੋਈ ਭਰਮ ਨਹੀਂ ਕਰਨਾ, ਕਿਸੇ ਕਿਸਮ ਦਾ ਕੋਈ ਡਰ ਨਹੀਂ ਕਰਨਾ ਰੱਖਣਾ। ਕਿਉਂ? ਖੁਸ਼ ਰਹਿਣਾ ਹੈ, ਕਿਉਂਕਿ ਇਹਦੀ ਰੱਖਿਆ ਕਰਤਾਰ ਨੇ ਕਰਨੀ ਹੈ। ਇਹਦੀ ਰੱਖਿਆ ਅਕਾਲ ਪੁਰਖ ਕਰਨ ਵਾਲਾ ਹੈ, ਇਹਦਾ ਰਖਵਾਲਾ ਉਹ ਵਾਹਿਗੁਰੂ ਹੈ। ਇਸ ਕਰਕੇ ਸੰਕੋਚ ਨਹੀਂ ਕਰਨਾ ਕਿ ਬਾਲਕ ਬਾਹਰ ਨਹੀਂ ਲੈ ਕੇ ਆਉਣਾ, ਬਾਬਾ ਬੁੱਢਾ ਸਾਹਿਬ ਜੀ ਨੂੰ ਲੈ ਕੇ ਜਾਓ ਤੇ ਬਾਲਕ ਇਹਨਾਂ ਦੇ ਕੋਲ ਲੈ ਕੇ ਆਓ। ਕੋਈ ਡਰ ਨਹੀਂ ਰੱਖਣਾ, ਕਰਤਾਰ ਨੇ ਰੱਖਿਆ ਕਰਨੀ ਹੈ, ਤੇ ਜਿਹਦੀ ਰੱਖਿਆ ਕਰਤਾਰ ਕਰਨ ਵਾਲਾ ਹੋਏ ਪਿਆਰਿਓ, ਫਿਰ ਉਹਨੂੰ ਕੋਈ ਮਿਟਾ ਨਹੀਂ ਸਕਦਾ। ਮਿਟਾ ਸਕਦਾ ਜੀ ਕੋਈ? ਇਹ ਹੁਣ ਜਿਹੜੀ ਸਿੱਖ ਕੌਮ ਹੈ, ਧੰਨ ਗੁਰੂ ਨਾਨਕ ਮਹਾਰਾਜ ਦੇ ਸਮੇਂ ਤੋਂ ਲੈ ਕੇ ਇਸ ਕੌਮ ਨੂੰ ਮਿਟਾਉਣ ਦੇ ਬੜੇ ਯਤਨ ਕੀਤੇ ਗਏ, ਬੜੇ ਉਪਰਾਲੇ ਕੀਤੇ ਗਏ, ਪਰ ਇਹ ਕੌਮ ਕਦੇ ਮਿਟੀ ਹੈ ਜੀ? ਜੋ ਅੱਜ ਦਾ ਦਿਨ ਹੈ ਕਿ ਚਲੋ ਕੱਲ ਤੇ ਗੁਰੂ ਕੇ ਲਾਲਾ ਨੇ ਸ੍ਰੀ ਦਰਬਾਰ ਸਾਹਿਬ ਦਾ ਬਦਲਾ ਲਿਆ ਜੀ। ਉਸ ਜ਼ਾਲਮ ਜੋ ਪ੍ਰਧਾਨ ਮੰਤਰੀ ਸੀ ਉਹਦਾ ਸੌਦਾ ਲਾਇਆ। ਫਿਰ ਪਿਆਰੇ ਉਹਨਾਂ ਨੇ ਮਿੱਥ ਕੇ ਜਿਹੜੇ ਸਿੱਖ ਸਨ ਉਹਨਾਂ ਦਾ ਕਤਲੇਆਮ ਕੀਤਾ। ਨਸਲ ਕੁਸ਼ੀ ਕਰਨੀ ਚਾਹੀ ਕਿ ਅਸੀਂ ਇਹਨਾਂ ਨੂੰ ਖਤਮ ਕਰ ਦੇਣਾ। ਬੇਨਤੀ ਕਰਾਂ ਪਿਆਰਿਓ, ਜੇ ਗੁਰੂ ਗ੍ਰੰਥ ਸਾਹਿਬ ਜੋਗੋ ਜੋਗ ਅਟਲ ਹੈ ਤੇ ਸੱਚ ਕਰਕੇ ਜਾਣਿਆ ਗੁਰੂ ਦਾ ਪੰਥ ਵੀ ਜੋਗੋ ਜੋਗ ਅਟਲ ਹੈ। ਇਹ ਮੁੱਕਣ ਵਾਲਾ ਨਹੀਂ, ਇਹਨੂੰ ਖਤਮ ਕੋਈ ਨਹੀਂ ਕਰ ਸਕਦਾ। ਜਿੰਨੀਆਂ ਮਰਜ਼ੀ ਕੋਈ ਚਾਲਾਂ ਚੱਲੀ ਜਾਏ, ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਇਹ ਸਭ ਕੁਝ ਹੁੰਦਾ ਆਇਆ। ਪਿਆਰਿਓ, ਇਹ ਕੌਮ ਇਹ ਪੰਥ ਉਦੋਂ ਖਤਮ ਨਾ ਹੋਇਆ ਕਿ ਜਿਸ ਵੇਲੇ ਪਿਆਰਿਓ ਵੱਡੇ ਘੱਲੂ ਘਾਰੇ ਦੇ ਦੌਰਾਨ 30 ਤੋਂ ਲੈ ਕੇ 35,000 ਤੱਕ ਇੱਕੋ ਦਿਨ ਜਿਹੜੇ ਸਿੱਖ ਸਨ ਸ਼ਹੀਦ ਕਰ, ਅੱਧੀ ਕੌਮ ਇੱਕੋ ਦਿਨ ਸ਼ਹੀਦ ਕੀਤੀ ਸੀ ਜੀ।
ਛੋਟੇ ਘੱਲੂ ਘਾਰੇ ਦੇ ਵਿੱਚ 12,000 ਤੋਂ ਲੈ ਕੇ 15,000 ਤੱਕ ਕਾਹਨੂੰਵਾਨ ਦੀ ਛੰਮ ਦੇ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ। ਤਾਂ ਉਦੋਂ ਗਿਣਤੀ ਕਿੰਨੀ ਕੁ ਸੀ ਜੀ? ਉਦੋਂ ਗਿਣਤੀ ਵੀ ਥੋੜੀ ਸੀ ਨਾ ਪਿਆਰਿਓ। ਉਦੋਂ ਸਿੰਘ ਰਹਿੰਦੇ ਕਿੱਥੇ ਸਨ? ਜਾਂ ਕਾਹਨੂੰਵਾਨ ਦੇ ਛੰਬਾਂ 'ਚ, ਜਾਂ ਬੀਕਾਨੇਰ ਦੇ ਜੰਗਲਾਂ 'ਚ, ਜਾਂ ਕਿਧਰੇ ਪਹਾੜੀਆਂ ਤੇ। ਕੋਈ ਪੱਕੇ ਘਰ ਨਹੀਂ, ਕੋਈ ਮਕਾਨ ਨਹੀਂ, ਕੋਈ ਟਿਕਾਣਾ ਨਹੀਂ। ਪਿਆਰਿਓ ਇਹ ਤੇ ਉਦੋਂ ਨਾ ਮੁੱਕੇ ਜਦੋਂ ਇਹਨਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸਨ। ਹੁਣ ਤੇ ਗੁਰੂ ਨਾਨਕ ਦੀ ਕਿਰਪਾ, ਬਾਜਾਂ ਵਾਲੇ ਦੀ ਮਿਹਰ ਹੈ ਕਿ ਹੁਣ ਤੇ ਉਹਦਾ ਪੰਥ ਸਾਰੇ ਸੰਸਾਰ 'ਚ ਫੈਲਿਆ ਹੋਇਆ ਹੈ। ਹੁਣ ਕੌਣ ਮਿਟਾ ਸਕਦਾ ਇਹਨੂੰ? ਕੋਈ ਨਹੀਂ ਖਤਮ ਕਰ ਸਕਦਾ। ਠੀਕ ਹੈ, ਸਰਕਾਰਾਂ ਆਉਂਦੀਆਂ ਨੇ, ਵਿਉਂਤਾਂ ਬਣਾਉਂਦੀਆਂ ਨੇ ਕਿ ਇਹਨਾਂ ਨੂੰ ਮੁਕਾ ਦੇਣਾ, ਪਰ ਇਹ ਮੁੱਕਣ ਵਾਲੀ ਕੌਮ ਨਹੀਂ। ਇੱਕ ਸੱਜਣ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਜੀ, ਮੈਨੂੰ ਬੜੀ ਚੰਗੀ ਲੱਗੀ। ਉਹ ਕਹਿੰਦਾ, ਉਹਨੇ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਵੇਖੋ, ਜ਼ਮੀਨ ਵਿੱਚ ਨਾ ਘਾਹ ਬਹੁਤ ਹੁੰਦਾ, ਆਪਣੇ ਖੇਤਾਂ ਵਿੱਚ ਘਾਹ ਹੁੰਦਾ, ਜ਼ਮੀਨ ਉਹੀ ਰਹਿੰਦੀ ਹੈ ਤੇ ਜ਼ਿਮੀਂਦਾਰ ਬਦਲਦੇ ਰਹਿੰਦੇ ਨੇ। ਜਿਹੜਾ ਵੀ ਜ਼ਿਮੀਂਦਾਰ ਆਉਂਦਾ ਹੈ ਨਾ ਜੀ, ਉਹ ਬੜਾ ਯਤਨ ਕਰਦਾ ਹੈ ਕਿ ਮੈਂ ਆਪਣੇ ਖੇਤਾਂ ਵਿੱਚ ਘਾਹ ਨਹੀਂ ਰਹਿਣ ਦੇਣਾ। ਜਿਹੜਾ ਮਰਜੀ ਜ਼ਿਮੀਂਦਾਰ ਆਏ, ਉਹ ਮਚੈਟੀਆਂ ਪਾਉਂਦਾ ਜੀ, ਦਵਾਈਆਂ ਪਾਉਂਦਾ, ਕੈਮੀਕਲ ਪਾਉਂਦਾ, ਸਪਰੇਵਾਂ ਕਰਦਾ, ਬਹੁਤ ਕੁਝ ਕਰਦਾ ਹੈ ਕਿ ਮੈਂ ਆਪਣੀ ਜ਼ਮੀਨ ਵਿੱਚ ਘਾਹ ਨਹੀਂ ਰਹਿਣ ਦੇਣਾ। ਉਹ ਕਹਿੰਦਾ ਇਸੇ ਤਰ੍ਹਾਂ ਹਿੰਦੁਸਤਾਨ ਦੀ ਧਰਤੀ ਤੇ ਸਰਕਾਰਾਂ ਬੜੀਆਂ ਆਈਆਂ, ਜਿਹੜੀ ਵੀ ਸਰਕਾਰ ਆਈ ਉਹ ਕਹਿੰਦੀ ਅਸੀਂ ਨੇ ਸਿੱਖ ਨਹੀਂ ਰਹਿਣ ਦੇਣੇ। ਕਹਿੰਦਾ ਕਮਾਲ ਦੀ ਬਾਤ ਹੈ ਕਿ ਜ਼ਿਮੀਂਦਾਰ ਕਹਿੰਦਾ ਮੈਂ ਕੱਖ ਨਹੀਂ ਰਹਿਣ ਦੇਣਾ, ਸਰਕਾਰਾਂ ਕਹਿੰਦੀਆਂ ਮੈਂ ਸਿੱਖ ਨਹੀਂ ਰਹਿਣ ਦੇਣੇ। ਪਰ ਹੈਰਾਨਗੀ ਦੀ ਬਾਤ ਇਹ ਹੈ ਕਿ ਨਾ ਜ਼ਮੀਨ ਚੋਂ ਕੱਖ ਮੁੱਕਦਾ ਤੇ ਨਾ ਕਦੇ ਸਿੱਖ ਮੁੱਕਦੇ ਪਏ ਨੇ, ਨਾ ਕਦੇ ਮੁੱਕਣਗੇ ਜੀ। ਮੁੱਕਣਗੇ ਸਿੱਖ ਨਹੀਂ। ਜਿੰਨੀਆਂ ਮਰਜ਼ੀ ਸਰਕਾਰਾਂ ਆ ਜਾਣ, ਜੋ ਮਰਜ਼ੀ ਲਗਾ ਲੈਣ ਜ਼ੋਰ, ਪਰ ਇਹ ਮੁੱਕਣ ਵਾਲੀ ਕੌਮ ਨਹੀਂ। ਇਹ ਕੌਮ, ਇਹ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹ ਉਹਦੀ ਮੌਜ ਵਿੱਚੋਂ ਪ੍ਰਗਟ ਹੋਇਆ ਜੀ। ਜਿਹੜਾ ਉਹਦੀ ਮੌਜ ਚ ਪ੍ਰਗਟ ਹੋਇਆ ਉਹਨੂੰ ਕਿ ਮਿਟਾ ਸਕਦਾ? ਹਾਂ, ਵਕਤੀ ਤੌਰ ਤੇ ਉਤਰਾ ਚੜਾ ਜ਼ਰੂਰ ਆ ਸਕਦੇ ਨੇ। ਇਹ ਨਹੀਂ ਮੁੱਕੇ, ਨਾ ਤਲਵਾਰਾਂ ਨਾਲ ਮੁੱਕੇ, ਨਾ ਤੀਰਾਂ ਨਾਲ ਮੁੱਕੇ, ਨਾ ਤੋਪਾਂ ਨਾਲ ਮੁੱਕੇ, ਨਾ ਟੈਂਕਾਂ ਨਾਲ ਮੁੱਕੇ। ਪਰ ਹਾਂ, ਇੱਕ ਹੁਣ ਜ਼ਰੂਰ ਹੈ, ਉਹਨਾਂ ਨੇ ਸੋਚਿਆ ਕਿ ਸਾਡੇ ਕੋਲੋਂ ਤੇ ਮੁਕਾਇਆ ਨਹੀਂ ਮੁੱਕਣ, ਇਹਨੂੰ ਆਪੋ ਚ ਲੜਾ ਦਿਓ। ਹੁਣ ਇਹ ਜ਼ਰੂਰ ਹੈ ਕਿ ਸਾਨੂੰ ਆਪੋ ਚ ਲੜਾਈ ਜਾ ਰਹੇ ਨੇ, ਪਰ ਸਾਨੂੰ ਸਮਝ ਨਹੀਂ ਆ ਰਹੀ। ਅਸੀਂ ਇੱਕ ਦੂਸਰੇ ਦੇ ਦੁਸ਼ਮਣ ਬਣ ਕੇ ਬਹਿ ਗਏ ਹਾਂ। ਉਦਾਂ ਤਾਂ ਹੀ ਫਿਰ ਕਹਿੰਦੇ ਆ ਨਾ ਕਿ ਪਿਆਰਿਓ, ਸਿੱਖ ਨੂੰ ਸਿੱਖ ਨਾ ਮਾਰੇ ਤੇ ਸਿੱਖ ਕਦੇ ਨਾ ਹਾਰੇ। ਸੱਚੀ ਗੱਲ ਹੈ। ਹੁਣ ਸਿੱਖ ਨੂੰ ਸਿੱਖ ਮਾਰਦਾ ਪਿਆ, ਵਰਨਾ ਹੋਰ ਕਿਸੇ ਅੰਦਰ ਕੋਈ ਤਾਕਤ ਨਹੀਂ ਕਿ ਸਿੱਖਾਂ ਨੂੰ ਮਿਟਾ ਸਕੇ, ਮੁਕਾ ਸਕੇ। ਬਹੁਤ ਕੁਝ ਹੋਇਆ, ਲਗਾਤਾਰ ਇਹ ਸਿਸਟਮ ਕਈ ਦਿਨ ਚੱਲਿਆ ਜੀ। ਤੇ ਜਿਹੜਾ ਉਸ ਵੇਲੇ ਫਿਰ ਉਹ ਜ਼ਾਲਮ ਪ੍ਰਧਾਨ ਮੰਤਰੀ ਦਾ ਪੁੱਤਰ ਬੈਠਾ, ਜਦੋਂ ਉਹਨੂੰ ਪੁੱਛਿਆ ਜੀ ਸਭ ਕਿਉਂ, ਇੱਕੋ ਦਮ ਕਹਿੰਦਾ ਕਿ ਜਦ ਪੇੜ ਗੜਤਾ ਹੈ ਤਾਂ ਧਰਤੀ ਹਿਲਤੀ ਹੈ। ਇਹ ਗੱਲ ਉਹਨੇ ਕਹੀ ਸੀ। ਖੈਰ, ਮੈਂ ਬੜਾ ਹੈਰਾਨ ਹੋਇਆ ਜੀ। ਉੱਥੇ ਕਾਨਪੁਰ ਸੇਵਾ ਕਰਨ ਦਾ ਮੌਕਾ ਮਿਲਿਆ ਜੀ। ਉੱਥੇ ਵੀ ਜਿਹੜੇ ਬੜੇ ਬੜੇ ਧਨਾੜ ਸਿੱਖ ਸਨ, ਟਰਾਂਸਪੋਰਟਾਂ ਦੇ ਮਾਲਕ, ਟਰੱਕਾਂ ਨੂੰ ਅੱਗ ਲਾ ਦਿੱਤੀ, ਘਰ ਉਹਨਾਂ ਦੇ ਸਾੜ ਦਿੱਤੇ ਗਏ। ਪਰ ਗੁਰੂ ਨਾਨਕ ਦੀ ਕਿਰਪਾ ਐਸੀ, ਇਹ ਕਲਗੀਆਂ ਵਾਲੇ ਦੀ ਮਿਹਰ ਐਸੀ ਜੀ। ਹੈਰਾਨਗੀ ਦੀ ਬਾਤ ਹੈ ਕਿ ਜਿਨ੍ਹਾਂ ਲੋਕਾਂ ਨੇ ਉੱਥੇ ਸਿੱਖਾਂ ਦੇ ਘਰ ਸਾੜੇ, ਟਰੱਕ ਸਾਰੇ ਲੁੱਟਿਆ, ਉਹਨਾਂ ਨੂੰ ਪਿਆਰ ਉਹ ਫਿਰ ਭੁੱਖੇ ਦੇ ਭੁੱਖੇ, ਭਿਖਾਰੀ ਦੀ ਭਿਖਾਰੀ। ਤੇ ਕੁਝ ਸਾਲਾਂ ਬਾਅਦ ਜਿਹੜੇ ਸਿੱਖ ਨੇ ਫਿਰ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਨੇ। ਉਵੇਂ ਉਹਨਾਂ ਦੇ ਕਾਰੋਬਾਰ, ਉਵੇਂ ਉਹਨਾਂ ਦੀਆਂ ਕੋਠੀਆਂ, ਉਵੇਂ ਉਹ ਰਾਜ ਭਾਗ। ਪਿਆਰ ਬਾਬੇ ਦੀ ਮਿਹਰ ਹੈ ਜੀ। ਇਸ ਕਰਕੇ ਵਕਤੀ ਤੌਰ ਤੇ ਸਰਕਾਰਾਂ ਜ਼ਰੂਰ ਜ਼ੋਰ ਕਰ ਲਾਉਂਦੀਆਂ ਨੇ ਕਿ ਇਹਨਾਂ ਨੂੰ ਮੁਕਾਉਣਾ ਹੈ, ਪਰ ਇਹ ਕੌਮ ਕਦੇ ਮੁੱਕਣ ਵਾਲੀ ਨਹੀਂ। ਇਹ ਬਾਜਾਂ ਵਾਲੇ ਦਾ ਪੰਥ ਹੈ। ਪਿਆਰਿਓ, ਇਸੇ ਤਰ੍ਹਾਂ ਹੁਣ ਕਹਿਣ ਲੱਗੇ, ਅਪਰ ਨਾ ਡਰ ਕਰੀਆਂ ਹਰ ਖਾਵੋ ਰਸ਼ਕ ਜਿਸਕੇ ਸ੍ਰੀ ਕਰਤਾਰ। ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਦਾਈ ਨੂੰ ਕਿ ਤੂੰ ਬਾਲਕ ਨੂੰ ਬਾਬਾ ਬੁੱਢਾ ਸਿੰਘ ਦੇ ਕੋਲ ਲੈ ਕੇ ਜਾਈ, ਕਿਉਂਕਿ ਘਬਰਾਉਣਾ ਨਹੀਂ, ਚਿੰਤਾ ਨਹੀਂ ਕਰਨੀ। ਇਹਦੀ ਰੱਖਿਆ ਕਰਨ ਵਾਲਾ ਉਹ ਕਰਤਾਰ ਵਾਹਿਗੁਰੂ ਅਕਾਲ ਪੁਰਖ ਆਪ ਹੈ ਜੀ। ਜਿਮ ਔਰ ਕਾਂਖ ਹੈ, ਮੁਖ ਤੇ ਭਖ ਹੈ, ਰਹੋ ਇਸ ਆਗਿਆ ਕੇ ਅਨੁਸਾਰ। ਜਿਵੇਂ ਬਾਬਾ ਬੁੱਢਾ ਜੀ ਚਾਹਣਗੇ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਆਪਣੇ ਮੁਖ ਤੋਂ ਕਹਿਣਗੇ, ਬਸ ਉਹਨਾਂ ਦੀ ਆਗਿਆ ਦੇ ਅਨੁਸਾਰ ਹੀ ਬਣ ਕੇ ਰਹਿਣਾ। ਤੁਸਾਂ ਨੇ ਉਵੇਂ ਹੀ ਕਰਨਾ ਹੈ ਜੀ। ਸੁਣ ਬਿਰਧ ਕੋ ਲੈ ਸੰਗ ਸਧਾਰੇ, ਆਜਰ ਬਿਠਾਇਓ ਆਸਨ ਡਾਰ। ਉਹ ਫਿਰ ਜਿਹੜੀ ਦਾਈ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਘਰ ਦੇ ਅੰਦਰ ਚਲੀ ਗਈ। ਪਿਆਰਿਓ, ਬਾਹਰ ਬਾਬਾ ਜੀ ਦੇ ਬੈਠਣ ਦੇ ਲਈ ਸੋਹਣਾ ਜਿਹੜਾ ਆਸਣ ਹੈ ਉਹ ਵਿਛਾਇਆ ਗਿਆ।
ਬਾਬਾ ਬੁੱਢਾ ਸਾਹਿਬ ਜੀ ਨੂੰ ਆਸਣ ਤੇ ਬਿਠਾਇਆ ਗਿਆ ਹੈ ਜੀ। ਗੰਗਾ ਕੋ ਗੁਰੂ ਹੁਕਮ ਸੁਨਾਇਓ, ਹਰਖਤ ਹੋਏ ਕਰ ਲਿਓ ਕਰ ਧਾਰ। ਤੇ ਦਾਈ ਨੇ ਜਾ ਕੇ ਫਿਰ ਮਾਂ ਗੰਗਾ ਨੂੰ ਆਖਿਆ, ਮਾਤਾ ਜੀ ਬਾਬਾ ਬੁੱਢਾ ਸਾਹਿਬ ਜੀ ਆਏ ਨੇ, ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੇ ਭੇਜਿਆ ਏ। ਉਹਨਾਂ ਦਾ ਹੁਕਮ ਹੈ ਕਿ ਇਹ ਜਿਹੜਾ ਬਾਲਕ ਹੈ ਇਹ ਬਾਬਾ ਬੁੱਢਾ ਸਾਹਿਬ ਦੇ ਉਹਨਾਂ ਦੇ ਕੋਲ ਲਿਆਂਦਾ ਜਾਏ ਤੇ ਬਾਬਾ ਬੁੱਢਾ ਸਾਹਿਬ ਦਾ ਆਸ਼ੀਰਵਾਦ ਇਸ ਬਾਲਕ ਨੂੰ ਦਿਵਾਇਆ ਜਾਏ। ਜਦੋਂ ਮਾਤਾ ਗੰਗਾ ਨੂੰ ਜਾ ਕੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਆਏ ਨੇ, ਮਾਂ ਗੰਗਾ ਜੀ ਬਹੁਤ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ ਹਨ ਜੀ। ਬਾਲਕ ਤਨ ਕੋ ਮੈਂ ਨਿਤ ਦਾਸੀ, ਕਹੇ ਸੋ ਕਰਹੁ ਬਿਹੀਨ ਵਿਚਾਰ। ਅੱਗੋਂ ਫਿਰ ਮਾਤਾ ਗੰਗਾ ਜੀ ਦਾਈ ਨੂੰ ਕਹਿੰਦੇ ਨੇ, ਭੜੀਏ ਲੋਕੇ ਇਹ ਜਿਹੜਾ ਪੁੱਤਰ ਇਹ ਘਰ ਜ਼ਰੂਰ ਸਾਡੇ ਆਇਆ, ਅਸਲ ਵਿੱਚ ਇਹ ਬਾਬਾ ਬੁੱਢਾ ਸਾਹਿਬ ਬਸ ਉਹਨਾਂ ਦੇ ਲਾਲ ਸਮਝੋ। ਇਹ ਸਮਝੋ ਕਿ ਉਹ ਸਾਡੇ ਨਾਲੋਂ ਉਹਨਾਂ ਨੂੰ ਜ਼ਿਆਦਾ ਹੀ ਪਿਆਰਾ ਹੈ। ਉਹਨਾਂ ਦੀ ਆਸ਼ੀਰਵਾਦ ਨਾਲ, ਉਹਨਾਂ ਦੀ ਅਰਦਾਸ ਨਾਲ ਸਾਨੂੰ ਮਿਲਿਆ ਬਾਲਕ ਤਿੰਨ ਕੋ। ਜਿਵੇਂ ਸਾਨੂੰ ਕਹਿ ਦੇਵੇ ਨਾ ਕਿ ਤੁਹਾਡਾ ਬੱਚਾ ਬੜਾ ਸੋਹਣਾ ਸੀ, ਤਾਂ ਸਾਡਾ ਕਿ ਤੁਹਾਡਾ ਹੀ ਹੈ ਜੀ। ਮਾਤਾ ਗੰਗਾ ਜੀ ਕਹਿੰਦੇ ਨੇ ਇਹ ਬਾਬਾ ਬੁੱਢਾ ਸਾਹਿਬ ਦਾ ਹੀ ਹੈ। ਇਹ ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਇੰਨਾ ਸਤਿਕਾਰ ਹੈ, ਸੱਚੀ ਗੱਲ ਹੈ ਜੀ। ਉਸ ਇਲਾਕੇ ਦੇ ਵਿੱਚ ਕੱਥੂ ਨੰਗਲ ਪਿਆਰਿਓ ਬਾਬੇ ਬੁੱਢੇ ਕੀ ਭੀੜ ਰਮਦਾਸ ਦਾ ਜਿਤਨਾ ਇਲਾਕਾ ਹੈ, ਜਦੋਂ ਉਹ ਕਿਸੇ ਦੇ ਘਰੇ ਕੋਈ ਧੀ ਪੁੱਤਰ ਆਉਂਦਾ ਹੈ ਨਾ, ਤੇ ਜਦੋਂ ਵਧਾਈ ਦੇਣ ਵਾਲੇ ਜਾਂਦੇ ਨੇ ਕਿ ਤੁਹਾਡਾ ਲਾਲ ਬੜਾ ਸੋਹਣਾ, ਸਾਰੇ ਕਹਿੰਦੇ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਜੀ। ਇਹ ਸਭ ਉਹਨਾਂ ਦੀ ਦੇਣ ਹੈ। ਸਾਰੇ ਬਾਬਾ ਬੁੱਢਾ ਸਾਹਿਬ ਨੂੰ ਅੱਜ ਵੀ ਚੇਤੇ ਕਰਦੇ ਨੇ। ਮਾਤਾ ਗੰਗਾ ਜੀ ਕਹਿੰਦੇ ਨੇ, ਬਾਲਕ ਤਿਨ ਕੋ ਮੈਂ ਨਿਤ ਦਾਸੀ, ਕਹੈ ਸੋ ਕਰੋ ਬਹੀਨ ਵਿਚਾਰ। ਕਹਿੰਦੇ ਨੇ ਬਿਨਾ ਵਿਚਾਰ ਕੀਤੇ ਬਾਬਾ ਬੁੱਢਾ ਸਾਹਿਬ ਜੋ ਕਹਿੰਦੇ ਨੇ ਉਹ ਕਰੋ ਜੀ। ਬੁੱਢੇ ਸਾਹਿਬ ਕੋ ਹਮ ਤੇ ਪ੍ਰਿਯ, ਦਰਸਹਿ ਨਿਜ ਕਰਨਾ ਫਲ ਚਾਰ। ਕਹਿਣ ਲੱਗੇ ਸ਼ਾਇਦ ਇਹ ਬਾਲਕ ਸਾਨੂੰ ਵੀ ਉਹਨਾਂ ਪਿਆਰਾ ਨਹੀਂ ਜਿੰਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਪਿਆਰਾ ਹੈ। ਫਿਰ ਪਿਆਰੇ ਮਾਤਾ ਗੰਗਾ ਜੀ ਉਹ ਜਿਹੜਾ ਬਾਲਕ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਉਹ ਫਿਰ ਦਾਈ ਨੂੰ ਦਿੰਦੇ ਨੇ। ਦਾਈ ਬਾਬਾ ਬੁੱਢਾ ਸਾਹਿਬ ਜੀ ਕੋਲ ਲੈ ਕੇ ਆਉਂਦੀ ਹੈ। ਬਾਬਾ ਬੁੱਢਾ ਸਾਹਿਬ ਜੀ ਬਾਲਕ ਦੇ ਦਰਸ਼ਨ ਕਰਕੇ ਮੁਖ ਤੋਂ ਕੀ ਅਸੀਸਾਂ ਦਿੰਦੇ ਨੇ ਉਹ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਅੰਦਰ ਸਰਵਣ ਕਰਨਾ। ਆਓ ਹੁਣ ਨਾਮ ਅਭਿਆਸ ਸਿਮਰਨ ਵਿੱਚ ਜੁੜ ਕੇ, ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਅਵਰ ਨਰਾਫਲ ਕਾਮਾ ਜਪੋ ਤਾਂ ਏਕੋ ਨਾਮਾ। ਮਾਲਕ ਦੀ ਯਾਦ ਵਿੱਚ ਜੁੜੀਏ, ਗੁਰ ਮੰਤਰ ਦਾ ਰਲ ਮਿਲ ਕੇ ਜਾਪ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਏ ਜੀ। ਇਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਮਾਫ ਕਰਨੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।